जी का खालसा वाहिगुरु वाहिगुरु जी की फतेह। सारी संगत ਨੂੰ ਇਸ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। ਤੇ ਆਓ ਅਸੀਂ ਉਸ ਗੁਰੂ ਨਾਨਕ ਦੀ ਬਾਣੀ ਤੇ ਰਾਹੀਂ ਜੁੜ ਕੇ ਆਪਣੇ ਆਤਮਿਕ ਅਵਸਥਾ ਨੂੰ ਹੋਰ ਉੱਚਾ ਕਰ ਪਾਈਏ, ਯਤਨਸ਼ੀਲ ਹੋ ਪਾਈਏ। ਔਰ ਅੱਜ ਦਾ ਜੋ ਟੌਪਿਕ ਹੈਗਾ ਮੇਰੇ ਭੈਣ ਜੀ ਬੀਬੀ ਮਨਦੀਪ ਕੌਰ ਜੀ ਜੋ ਸਾਂਝ ਕਰਨਗੇ, सतगुर की सेवा सफल है जे को करे चित लाए। ਇਹਦੇ ਵਿੱਚ ਚਿਤ ਵੀ ਆ ਗਿਆ, ਸਫਲਾ ਵੀ ਹੋ ਗਿਆ ਤੇ ਸਤਿਗੁਰੂ ਵੀ ਆ ਗਿਆ ਔਰ ਸੇਵਾ ਵੀ ਆ ਗਈ। ਆਓ ਇੱਕ ਇੱਕ ਸ਼ਬਦ ਨੂੰ ਸਮਝ ਕੇ ਦੇਖੀਏ ਕਿ ਸੇਵਾ ਦਾ ਭਾਵ ਕੀ ਹੈ ਔਰ ਸੇਵਾ ਕੀ ਹੈ। ਹੱਥੋਂ ਸੇਵਾ ਕਰਨੀ ਹੈ, ਮਨੋਂ ਸੇਵਾ ਕਰਨੀ ਹੈ, ਤਨ ਮਨ ਧਨ ਦੇ ਨਾਲ ਸੇਵਾ ਕਰਨੀ ਹੈ ਔਰ ਕਿਹੜੀ ਸੇਵਾ ਉੱਤਮ ਹੈ ਉਸ ਨੂੰ ਅਸੀਂ ਗਿਆਨ ਰੂਪੀ ਸਾਗਰ ਦੇ ਵਿੱਚੋਂ ਸਮਝ ਕੇ ਦੇਖੀਏ। ਇਹ ਨਾ ਹੋਵੇ ਕਿਤੇ ਅਸੀਂ ਕੋਈ ਐਸੀ ਸੇਵਾ ਕਰੀਏ ਜਿਹਨੂੰ ਅਸੀਂ ਸੇਵਾ ਸਮਝ ਰਹੇ ਹਾਂ ਲੇਕਿਨ ਉਹ ਬਿਰਥੀ ਹੈ। ਤੇ ਆਓ ਭੈਣ ਜੀ ਤੁਸੀਂ ਸਾਡੇ ਨਾਲ ਇਹ ਜੋ ਤੁਸੀਂ ਆਪਣੇ ਇਤਨੇ ਇਤਿਹਾਸਿਕ ਵੇ ਨਾਲ ਔਰ ਆਪਣੇ ਇਸ ਰਿਸਰਚ ਵਰਕ ਵਿੱਚੋਂ ਸਾਡੇ ਨਾਲ ਸ਼ੇਅਰ ਕਰਦੇ ਹੋ। ਓਵਰ ਟੂ ਯੂ ਔਰ ਵੈਲਕਮ ਟੂ ਯੂ ਭੈਣ ਜੀ ਬੀਬੀ ਮਨਦੀਪ ਕੌਰ ਜੀ ਫਰੋਮ ਐਲੇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਸਤੀ ਸਿਰਜੂ ਅੰਕਸ ਹੈ, ਅਹਰਨ ਜੋ ਸਿਰ ਦੇ, ਮਨ ਤਨ ਆਗੇ ਰਾਖ ਕੇ, ਉਬੀ ਸੇਵ ਕਰੇ। ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ। ਕਹੋ ਨਾਨਕ ਪਾਹ ਲੁਢਾਈਏ। सतगुर की सेवा सफल है जे को करे चित लाए। मन चिंदिया फल पावना हमें बिचों जाए। सतगुर की सेवा गाखड़ी सिर दीजे आप गवाए। शब्द मिले तो हर मिले, सेवा पवे सब थाए। मेरे मन सतगुर की सेवा लाग, जोदी से सो विणसना, मन की मत त्याग। इस दुनिया विच, इस संसार दे विच ਜਦੋਂ ਆਪਾਂ ਵਿਚਰ ਕੇ ਦੇਖਦੇ ਹਾਂ ਤਾਂ ਸੇਵਾ ਦਾ ਜਿਹੜਾ ਮੁਕਾਮ ਆ ਉਹ ਬਹੁਤ ਹੀ ਸਨਮਾਨਜਨਕ ਆ, ਬਹੁਤ ਸਨਮਾਨਯੋਗ ਆ। ਹਰ ਬੰਦਾ ਆਪਣੀ ਆਪਣੀ ਜਗ੍ਹਾ ਜਿੰਨੀ ਵੀ ਕਿਸੇ ਦੀ ਮੱਤ ਬੁੱਧ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਜਾਂ ਜਿੰਨੀ ਵੀ ਕਿਸੇ ਦੇ ਕੋਲ ਸਮਰੱਥਾ ਹੈ, ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਕਿਸੇ ਦੂਸਰੇ ਦੇ ਜਿਹੜੇ ਦੁੱਖ ਆ, ਦਰਦ ਆ, ਉਹਨਾਂ ਨੂੰ ਵੰਡਾਵਾਂ, ਉਹਨਾਂ ਦੇ ਨਾਲ ਦੁੱਖ ਦਰਦ ਵੰਡਾ ਕੇ। ਉਹ ਸੇਵਾ ਭਾਵ ਉਸ ਬੰਦੇ ਦੇ ਮਨ ਦੇ ਅੰਦਰ ਹੁੰਦੀ ਆ, ਤਾਂ ਕਰਕੇ ਮਨ ਦੇ ਵਿੱਚ ਹੁੰਦਾ ਕਿ ਮੈਂ ਕਿਸੇ ਦੇ ਦੁੱਖਾਂ ਦਰਦਾਂ ਨੂੰ ਵੰਡਾਵਾਂ। ਪਰ ਸਤਿਗੁਰ ਸਾਹਿਬ ਜੀ ਦੀ ਵਿਚਾਰਧਾਰਾ ਜਦੋਂ ਆਪਾਂ ਪੜ੍ਹਦੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਆਪਾਂ ਪਾਠ ਕਰਦੇ ਹਾਂ ਤਾਂ ਪਾਠ ਕਰਦੇ ਹਾਂ, ਅਰਥ ਸਮਝਦੇ ਆ, ਇਹ ਗੱਲ ਸਾਨੂੰ ਸਮਝ ਲੱਗਦੀ ਆ ਵੀ ਸਿੱਖੀ ਜੀਵਨ ਦੇ ਦੋ ਪਿੱਲਰ ਨੇ, ਦੋ ਥੰਮ ਨੇ, ਇੱਕ ਸੇਵਾ, ਇੱਕ ਸਿਮਰਨ। ਇਹਨਾਂ ਦੇ ਵਿੱਚੋਂ ਅੱਜ ਆਪਾਂ ਜਿਹੜਾ ਸੇਵਾ ਹੈ ਇਹਦੇ ਬਾਰੇ ਸਮਝਾਂਗੇ, ਵਿਚਾਰ ਕਰਾਂਗੇ। ਜਿੰਨੀ ਕੁ ਮੇਰੀ ਮੱਤ ਬੁੱਧ ਆ, ਪਹਿਲੋਂ ਮੈਂ ਇਹ ਗੱਲ ਸਪਸ਼ਟ ਕਰਦੇ ਹਾਂ ਕਿ ਸੇਵਾ ਦੇ ਬਾਰੇ, ਸੇਵਾ ਦਾ ਦਾਇਰਾ ਇੰਨਾ ਜ਼ਿਆਦਾ ਵਿਸ਼ਾਲ ਆ ਕਿ ਉਹਦੇ ਬਾਰੇ ਜੇ ਆਪਾਂ ਆਖੀਏ ਵੀ ਅਸੀਂ 1 ਘੰਟੇ ਦੇ ਵਿੱਚ ਜਾਂ 24 ਘੰਟਿਆਂ ਦੇ ਵਿੱਚ ਵੀ ਸ਼ਾਇਦ ਸਾਰੀ ਜ਼ਿੰਦਗੀ ਵੀ ਅਸੀਂ ਲੱਗੇ ਰਹੀਏ ਤੇ ਸੇਵਾ ਨੂੰ ਨਾ ਕਰ ਸਕਦੇ ਆ, ਨਾ ਸਮਝ ਸਕਦੇ। ਪਰ ਇਹ ਆਪਣੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਆਪਾਂ ਸਾਰਿਆਂ ਜਾਣਿਆਂ ਦੀ ਕਿ ਆਪਾਂ ਇੱਥੇ ਰਲ ਮਿਲ ਕੇ ਇਸ ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਦੇ ਵਿੱਚ ਇਕੱਠੇ ਹੋ ਕੇ ਤੇ ਇਹ ਇੱਕ ਯਤਨ ਕਰ ਰਹੇ ਆ ਕਿ ਆਪਾਂ ਸਮਝੀਏ ਵੀ ਸੇਵਾ ਕਰਨੀ ਕਿਹਦੀ ਹੈ, ਕਿਵੇਂ ਕਰਨੀ ਆ ਤੇ ਆਖਰ ਕਰਨੀ ਕਿਉਂ ਆ। ਕਿਉਂ ਸਾਡਾ ਜਿਹੜਾ ਮਨ ਆ ਉਹ ਕਰਦਾ ਹੈ ਵੀ ਅਸੀਂ ਸੇਵਾ ਕਰੀਏ।
ਜਿਵੇਂ ਵੀਰ ਜੀ ਹਣਾ ਨੇ ਸ਼ੁਰੂ ਕਰਨ ਤੋਂ ਪਹਿਲੇ ਇਹ ਬੋਲੀਆਂ ਦੋ ਪੰਕਤੀਆਂ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਅਕਸਰ ਆਪਾਂ ਜਦੋਂ ਇਹ ਰਾਗੀ ਸਿੰਘ ਇਹ ਵਾਲਾ ਸ਼ਬਦ ਪੜ੍ਹਦੇ ਨੇ ਔਰ ਆਪਾਂ ਨੂੰ ਪਸੰਦ ਵੀ ਬੜਾ, ਇਸ ਸ਼ਬਦ ਦੇ ਜਿਹੜੇ ਭਾਵ ਨੇ ਬੜੇ ਡੂੰਘੇ ਨੇ। ਸਤਿਗੁਰ ਕੀ ਸੇਵਾ ਸਫਲ ਹੈ, ਸਫਲ ਤੋਂ ਭਾਵ ਫਲ ਵਾਲੀ, ਵੀ ਗੁਰੂ ਦੀ ਜਿਹੜੀ ਸੇਵਾ ਹੈ ਉਹ ਫਲ ਵਾਲੀ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਗੁਰੂ ਦੀ ਸੇਵਾ ਕੀਤਿਆਂ, ਉਹਦੀ ਖਲਕਤ ਦੀ ਸੇਵਾ ਕੀਤਿਆਂ ਕੋਈ ਫਲ ਨਾ ਮਿਲੇ, ਉਹ ਸਦਾ ਹੀ ਫਲ ਵਾਲੀ ਹੈ। ਪਰ ਇੱਕ ਸ਼ਰਤ ਰੱਖੀ ਮਹਾਰਾਜ ਨੇ, ਜੇ ਕੋ ਕਰੇ ਚਿੱਤ ਲਾਏ। ਜੇ ਆਪਣੇ ਮਨੋਂ ਚਿੱਤ ਲਾ ਕੇ ਤਨ ਦੀ ਹਾਜ਼ਰੀ, ਮਨ ਦੀ ਹਾਜ਼ਰੀ, ਇਹਨਾਂ ਦੇ ਨਾਲ ਅਸੀਂ ਸੇਵਾ ਕਰਦੇ ਹਾਂ ਤਾਂ ਫਿਰ ਇਹ ਸੇਵਾ ਸਦਾ ਹੀ ਫਲ ਵਾਲੀ ਹੈ। ਸਿਰ ਸਤਿਗੁਰ ਸਾਹਿਬ ਜੀਓ, ਇਹ ਤੇ ਪਤਾ ਲੱਗ ਗਿਆ ਵੀ ਤੁਹਾਡੀ ਸੇਵਾ ਫਲ ਵਾਲੀ ਹੈ, ਪਰ ਕਿਉਂ ਅਸੀਂ ਇਨਸਾਨੀ ਦੇ ਹੀ ਹਾਂ। ਅਸੀਂ ਮਨ ਦੇ ਵਿੱਚ ਹਮੇਸ਼ਾ ਇਹ ਗੱਲ ਆਉਂਦੀ ਆ, ਸੇਵਾ ਕੀਤਿਆਂ ਮਿਲੇਗਾ ਕੀ। ਸੱਚੇ ਪਾਤਸ਼ਾਹ ਜਵਾਬ ਦਿੱਤਾ, ਆਖਣ ਲੱਗੇ ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਗੁਰੂ ਦੀ ਸੇਵਾ ਐਸੇ ਫਲ ਵਾਲੀ ਆ ਵੀ ਇਹ ਸੇਵਾ ਕੀਤਿਆਂ ਜੋ ਮਨ ਦੀ ਇੱਛਾ ਹੈ ਉਹ ਵਾਲਾ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਮਨ ਦੀ ਹਰ ਇੱਛਾ ਜਿਹੜੀ ਆ ਉਹ ਪੂਰੀ ਹੁੰਦੀ ਆ। ਸਿਰਫ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ, ਸਾਡੇ ਅੰਦਰ ਜਿਹੜਾ ਅਸੀਂ ਹਉਮੈ ਦਾ ਕੀੜਾ ਲਈ ਫਿਰਦੇ ਆ ਨਾ, ਇਹ ਹਉਮੈ ਵੀ ਜਿਹੜੀ ਆ ਉਹ ਵੀ ਦੂਰ ਹੁੰਦੀ ਹੈ। ਹੁਣ ਆਖਰ ਐਸੀ ਸੇਵਾ ਹੋਵੇ ਕਿਵੇਂ ਜਿਹਦੇ ਨਾਲ ਮਨ ਦੀ ਇੱਛਾ ਵੀ ਪੂਰੀ ਹੋ ਜਾਵੇ ਤੇ ਹਉਮੈ ਦਾ ਜਿਹੜਾ ਕੀੜਾ ਅਸੀਂ ਆਪਣੇ ਨਾਲ ਚੁੱਕੀ ਫਿਰਦੇ ਆ ਇਹ ਵੀ ਜਿਹੜਾ ਦੂਰ ਹੋ ਜਾਵੇ। ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਉੱਤਰ ਦਿੱਤਾ, ਪੰਜਵੇਂ ਪਾਤਸ਼ਾਹ ਨੇ ਉੱਤਰ ਦਿੱਤਾ, ਆਖਣ ਲੱਗੇ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦਿਸੈ ਸੋ ਵਿਣਸਣਾ ਮਨ ਕੀ ਮਤ ਤਿਆਗ। ਕਿ ਜਿਹੜੀ ਅਸਲ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਸ ਵਿਚਾਰਧਾਰਾ ਨੂੰ, ਜੋ ਸਾਨੂੰ ਜ਼ਿੰਦਗੀ ਜੀਣ ਵਾਸਤੇ ਵਿਚਾਰਧਾਰਾ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਖਸ਼ਿਸ਼ ਕੀਤੀ ਆ, ਉਸ ਵਿਚਾਰਧਾਰਾ ਨੂੰ ਅਪਣਾਉਣਾ ਹੈ। ਉਹ ਤੇ ਉਸੇ ਵਿਚਾਰਧਾਰਾ ਤੇ ਚੱਲਦਿਆਂ ਹੋਇਆਂ, ਉਸ ਉਪਦੇਸ਼ ਤੇ ਚੱਲਦਿਆਂ ਹੋਇਆਂ ਆਪਣੇ ਮਨ ਦੀ ਜਿਹੜੀ ਮੱਤ ਆ ਨਾ ਉਹਨੂੰ ਛੱਡਣਾ। ਗੁਰ ਕੀ ਸੇਵਾ ਸ਼ਬਦ ਵਿਚਾਰ। ਹੁਣ ਸ਼ਬਦ ਦੀ ਵਿਚਾਰ ਆਪਾਂ ਕਿਵੇਂ ਕਰਾਂਗੇ? ਗੁਰੂ ਕੀ ਸੇਵਾ ਸ਼ਬਦ ਵਿਚਾਰ ਹੈ। ਸ਼ਬਦ ਦੀ ਵਿਚਾਰ ਕਿਵੇਂ ਆ ਕਿ ਜੋ ਸੱਚੇ ਪਾਤਸ਼ਾਹ ਨੇ ਆਖਿਆ ਹੈ ਨਾ, ਆਪਣੇ ਜਿਹੜੇ ਮਨ ਦੀ ਮੱਤ ਆ ਉਹਨੂੰ ਛੱਡਣਾ ਹੈ, ਤੇ ਜੋ ਸਤਿਗੁਰ ਸਾਹਿਬ ਜੀ ਨੇ ਫਰਮਾਇਆ ਉਹ ਗੱਲ ਮੰਨ ਕੇ ਆਪਣੀ ਮੱਤ ਤਿਆਗਣੀ ਹੈ। ਹੁਣ ਗੁਰੂ ਨੇ ਆਖਿਆ ਭਰਮ ਛੱਡ ਦੇ, ਜੇ ਗੁਰੂ ਨੇ ਆਖਿਆ ਭਰਮ ਛੱਡ ਦੇ ਤੇ ਭਰਮ ਛੱਡਣਾ ਹੈ। ਇਹ ਨਹੀਂ ਵੀ ਭਰਮ ਨੂੰ ਸਾਰੀ ਜ਼ਿੰਦਗੀ ਭਰਮ ਦੇ ਵਿੱਚ ਪਏ ਰਹਿਣਾ। ਗੁਰੂ ਨੇ ਆਖਿਆ ਝੂਠ ਛੱਡ ਦੇ, ਝੂਠ ਤਿਆਗ ਦੇਣਾ। ਸਤਿਗੁਰ ਸਾਹਿਬ ਜੀ ਨੇ ਆਖਿਆ ਵੀ ਭਾਈ ਨਿੰਦਾ ਛੱਡ ਦੇ, ਨਿੰਦਾ ਚੁਗਲੀ ਜਿਹੜੀ ਇਹ ਚੰਗੀ ਗੱਲ ਨਹੀਂ ਹੈਗੀ ਤੇ ਨਿੰਦਾ ਛੱਡ ਦੇਣੀ, ਇਹਨੂੰ ਆਖਦੇ ਆ ਸੇਵਾ। ਹੁਣ ਬਾਣੀ ਦੇ ਸਿਧਾਂਤ ਦੇ ਮੁਤਾਬਕ ਮਨ ਨੂੰ ਤਿਆਰ ਕਰਨਾ, ਤੇ ਮਨ ਨੂੰ ਤਿਆਰ ਕਰਕੇ ਜਿਹੜੇ ਔਗਣ ਆ ਜਿਹੜੇ ਸਾਡੇ ਅੰਦਰ ਇੱਕ ਇੱਕ ਕਰਕੇ ਦੇਖਣਾ ਵੀ ਮੈਂ ਕਿਹੜੇ ਕਿਹੜੇ ਔਗਣ ਆਪਣੇ ਨਾਲ ਚੁੱਕੀ ਫਿਰਨਾ, ਇਹਨਾਂ ਔਗਣਾਂ ਨੂੰ ਆਪਾਂ ਛੱਡਣਾ। ਮੰਨ ਲਓ ਅਸੀਂ ਕੌੜਾ ਬੋਲਦੇ ਹਾਂ, ਹੁਣ ਸਾਡੇ ਕੌੜਾ ਬੋਲਣ ਦੇ ਨਾਲ ਦੇਖੋ ਨਾ ਕਿੰਨੇ ਪਾਸੇ ਸਾਡੇ ਕੌੜਾ ਬੋਲਣ ਨਾਲ ਬਰਬਾਦੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਬੱਚੇ ਸਾਨੂੰ ਪਸੰਦ ਨਹੀਂ ਕਰਦੇ, ਜੇ ਅਸੀਂ ਉਹਨਾਂ ਦੇ ਨਾਲ ਹਰ ਵੇਲੇ ਵੱਡੂ ਕੱਟੂ ਕਰਦੇ ਰਹੀਏ ਤੇ ਬੱਚੇ ਪਸੰਦ ਨਹੀਂ ਕਰਦੇ। ਪਤਨੀ ਨੂੰ ਇਹੋ ਜਿਹਾ ਪਤੀ ਪਸੰਦ ਨਹੀਂ ਜਿਹੜਾ ਹਰ ਵੇਲੇ ਕੌੜਾ ਬੋਲੇ। ਪਤੀ ਨੂੰ ਐਸੀ ਪਤਨੀ ਪਸੰਦ ਨਹੀਂ ਜਿਹੜੀ ਹਰ ਵੇਲੇ ਖਿਜੂ ਖਪੂ ਕਰਦੀ ਰਹੇ। ਹੁਣ ਸਤਿਗੁਰ ਜੀ ਨੇ ਨਾਲ ਹੀ, ਅਸੀਂ ਇੱਕ ਤੇ ਕੌੜਾ ਨਹੀਂ ਬੋਲਣਾ, ਜੇ ਸਤਿਗੁਰ ਸਾਹਿਬ ਨੇ ਆਖਿਆ ਵੀ ਨਿੰਦਾ ਛੱਡਣੀ ਆ ਤੇ ਅਸੀਂ ਜਿਹੜੀ ਨਿੰਦਾ ਵਾ ਉਹਨੂੰ ਸਮਝੀਏ ਵੀ ਭਾਈ ਇਹਨੂੰ ਅਸੀਂ ਛੱਡਣਾ ਹੈ। ਕਿਉਂਕਿ ਇਹ ਇੱਕ ਸਤਿਗੁਰ ਸਾਹਿਬ ਜੀ ਆਖਦੇ ਨੇ, ਚੌਥੇ ਪਾਤਸ਼ਾਹ ਆਖਦੇ ਨੇ, ਜਿਸ ਅੰਦਰ ਚੁਗਲੀ ਚੁਗਲੋ ਕਰ ਵੱਜੇ, ਕੀਤਾ ਕਰਤਿਆ ਉਸਦਾ ਸਭ ਦਿਆ। ਹੁਣ ਜਿਹੜਾ ਬੰਦਾ ਹਰ ਵੇਲੇ ਨਿੰਦਾ ਦੇ ਵਿੱਚ, ਕੰਨਾਂ ਦੇ ਰਸ ਦੇ ਵਿੱਚ ਲੱਗਾ ਰਵੇ, ਤੇ ਮਹਾਰਾਜ ਆਖਦੇ ਨੇ ਵੀ ਇਹ ਤੋਂ ਕੋਈ ਖੱਟ ਨਹੀਂ ਸਕਦਾ ਇਹਦੇ ਨਾਲ। ਹੁਣ ਅਸੀਂ ਗੁਰਬਾਣੀ ਦੀ ਪੰਕਤੀ ਨੂੰ ਸਮਝਿਆ ਕਿ ਸੱਚੇ ਪਾਤਸ਼ਾਹ ਆਖਿਆ ਵੀ ਇਹ ਚੁਗਲੀ ਚੁਗਲੋ ਕਰ ਵੱਜੇ, ਕਿ ਜੇ ਉਹਦਾ ਕੀਤਾ ਕਰਤਾ ਸਭ ਚਲਾ ਜਾਂਦਾ, ਤੇ ਕਿਉਂ ਨਾ ਮੈਂ ਨਿੰਦਾ ਕਰਨੀ ਛੱਡ ਦਿਆਂ। ਹੁਣ ਅਸੀਂ ਨਿੰਦਾ ਕਰਨੀ ਜਿਹੜੀ ਸਤਿਗੁਰ ਸਾਹਿਬ ਜੀ ਦੀ ਗੱਲ ਮੰਨੀ ਤੇ ਨਿੰਦਾ ਕਰਨੀ ਜਿਹੜੀ ਆ ਉਹ ਛੱਡ ਦਿੱਤੀ, ਚੰਗਾ ਬੋਲਣ ਲੱਗ ਪਏ, ਕੌੜਾ ਬੋਲਣਾ ਵੀ ਛੱਡ ਦਿੱਤਾ। ਹੁਣ ਸਾਡੇ ਚੰਗਾ ਬੋਲਣ ਦੇ ਨਾਲ ਦੇਖੋ ਕਿੰਨੇ ਜਾਣਿਆਂ ਦਾ ਭਲਾ ਹੋ ਗਿਆ। ਆਖਰਕਾਰ ਚੰਗੇ ਜੀ ਦੀ, ਜਿਹੜਾ ਚੰਗਾ ਬੰਦਾ ਹੈ ਜਾਂ ਚੰਗਾ ਹਿਊਮਨ ਬੀਇੰਗ ਆ, ਉਹਦੀ ਕਿੱਥੇ ਲੋੜ ਨਹੀਂ ਹੈਗੀ।
ਸਾਰੇ ਸਮਾਜ ਦੇ ਵਿੱਚ ਜ਼ਰੂਰਤ ਆ ਨਾ ਜਿਹੜਾ ਚੰਗਾ ਕੰਮ ਕਰਦਾ। ਹੁਣ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਿੱਥੇ ਝੂਠੇ ਭਾਂਡੇ ਮਾਂਜਦੇ ਆ, ਝੂਠੇ ਭਾਂਡੇ ਮਾਂਜਦੇ ਆ, ਤੁਸੀਂ ਦੇਖੋ ਜੇ ਭਾਂਡੇ ਦੇ ਉੱਤੇ ਮਾੜੀ ਜੀ ਵੀ ਝੂਠ ਲੱਗੀ ਰਹਿ ਜਾਏ ਜਾਂ ਕਾਲਖ ਜਾਂ ਕੁਝ ਵੀ ਲੱਗਾ ਰਹਿ ਜਾਏ, ਸਾਡਾ ਦਿਲ ਨਹੀਂ ਕਰਦਾ ਉਸ ਬਰਤਨ ਦੇ ਵਿੱਚ ਰੋਟੀ ਖਾਣ ਨੂੰ। ਤੇ ਆਪਣੇ ਮਨ ਨੂੰ ਸਾਡੇ ਨੂੰ ਕਿੰਨੀ ਮੈਲ ਲੱਗੀ ਹੈ। ਉੱਥੇ ਬਰਤਨ ਮਾਂਜਣ ਤੋਂ ਅਸੀਂ ਸਿੱਖਣਾ ਸੀ ਵੀ ਅਸੀਂ ਆਪਣਾ ਜਿਹੜਾ ਮਨ ਮਾਂਜਣਾ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਮਨ ਨੂੰ ਮਾਂਜਣਾ ਇਹ ਇੱਕ ਬਹੁਤ ਵੱਡੀ ਸੇਵਾ ਹੈ। ਮਨ ਮਾਂਜਿਆ ਗਿਆ ਤਾਂ ਸਮਝੋ ਜੀਵਨ ਮਾਂਜਿਆ ਗਿਆ, ਕਿਉਂਕਿ ਮਨ ਨੇ ਚਲਾਉਣਾ ਹੈ ਨਾ। ਜੇ ਮਨ ਮਾਂਜਿਆ ਗਿਆ, ਜੀਵਨ ਮਾਂਜਿਆ ਗਿਆ, ਤੇ ਜੇ ਜੀਵਨ ਮਾਂਜਿਆ ਗਿਆ ਤੇ ਸਮਾਜ ਕਿੰਨਾ ਵਧੀਆ ਹੋ ਜਾਏਗਾ, ਕਿੰਨੇ ਪਾਸੇ ਆਟੋਮੈਟਿਕਲੀ ਜਿਹੜੀ ਆ ਉਹ ਸੇਵਾ ਹੋ ਜਾਏਗੀ ਆਪੇ। ਅਸੀਂ ਚੰਗਾ ਬੋਲਣ ਲੱਗ ਪਏ, ਸਾਡੇ ਘਰ ਪਰਿਵਾਰ ਵਾਲੇ ਖੁਸ਼ ਹੋ ਗਏ ਕਿ ਦੇਖੋ ਇਹਨੂੰ ਚੰਗੀ ਮੱਤ ਆ ਗਈ ਹੈ, ਇਹ ਹੁਣ ਚੰਗੀ ਤਰ੍ਹਾਂ ਬੋਲਦਾ ਹੈ। ਉਹ ਖੁਸ਼ ਹੋ ਗਏ। ਜਦੋਂ ਉਹ ਖੁਸ਼ ਹੋ ਗਏ ਤੇ ਜਦੋਂ ਉਹ ਖੁਸ਼ ਰਹਿਣਗੇ ਤੇ ਕਿਸੇ ਦੂਸਰੇ ਦੇ ਨਾਲ ਵੀ ਚੰਗੀ ਤਰ੍ਹਾਂ ਗੱਲਬਾਤ ਕਰ ਸਕਣਗੇ। ਆਟੋਮੈਟਿਕਲੀ ਆਸੇ-ਪਾਸੇ ਦੇਖੋ ਨਾ ਕਿੰਨੀ ਸੇਵਾ ਹੋ ਗਈ ਸਾਡੇ ਚੰਗਾ ਬੋਲਣ ਨਾਲ ਤੇ ਨਿੰਦਾ ਚੁਗਲੀ ਛੱਡਣ ਦੇ ਨਾਲ, ਜਿਹਨੂੰ ਅਸੀਂ ਸਮਝਦੇ ਨਹੀਂ ਸੀ। ਅਸੀਂ ਸਮਝਦੇ ਸੀ ਮੈਂ ਕੌੜਾ ਬੋਲਦਾ, ਇਹ ਕਿਸੇ ਦਾ ਕੀ ਜਾਂਦਾ, ਮੈਂ ਚੁਗਲੀਆਂ ਕਰਦਾ, ਕਿਸੇ ਦਾ ਕੀ ਜਾਂਦਾ। ਹੁਣ ਜੇ ਮੈਂ ਚੁਗਲੀ ਕਰਨੀ ਛੱਡ ਦਿੱਤੀ, ਮੈਂ ਚੰਗਾ ਬੋਲਣ ਲੱਗ ਪਿਆ, ਤੇ ਸਮਾਜ ਦੇ ਵਿੱਚ ਕਿੰਨਿਆਂ ਦਾ ਭਲਾ ਮੇਰੇ ਆਸੇ-ਪਾਸੇ ਹੀ ਹੋ ਗਿਆ। ਕੋਈ ਬੰਦਾ ਨਸ਼ਾ ਕਰਦਾ ਹੈ ਤੇ ਉਹਦਾ ਦੇਖੋ ਸਰੀਰ ਖਰਾਬ, ਸਭ ਕੁਝ। ਪਹਿਲਾਂ ਤੇ ਉਹਦਾ ਸਰੀਰ ਖਰਾਬ, ਫਿਰ ਪੈਸਾ ਧੇਲਾ ਬਰਬਾਦ ਹੁੰਦਾ, ਬੱਚਿਆਂ ਦੇ ਨਾਲ ਲੜਦਾ ਹੈ, ਰਿਸ਼ਤੇਦਾਰਾਂ ਨਾਲ, ਮਾਂ-ਬਾਪ ਨਾਲ ਲੜਾਈ ਕਰਦਾ ਹੈ। ਕਿਸੇ ਸਿਆਣੇ ਬੰਦੇ ਦੇ ਕੋਲ ਬੈਠਾ ਜਿਹੜਾ ਗੁਰੂ ਦੇ ਨਾਲ ਜੁੜਿਆ ਸੀ, ਉਸ ਬੰਦੇ ਨੇ ਸਮਝਾਇਆ ਵੀ ਭਾਈ ਇਹ ਨਸ਼ੇ ਕਰਨੇ ਛੱਡ ਦੇ, ਕਿਉਂਕਿ ਗੁਰਬਾਣੀ ਦੇ ਵਿੱਚ ਨਾ ਜਦੋਂ ਆਸਾ ਰਾਗ ਤੂੰ ਪੜ੍ਹੇਗਾ ਨਾ ਤਾਂ ਪੰਚਮ ਪਾਤਸ਼ਾਹ ਇਹ ਗੱਲ ਫਰਮਾਉਂਦੇ ਨੇ। ਉਹ ਆਖਦੇ ਨੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਨਾਮ ਰਸਾਇਣ ਜੋਰਤ ਤੇ ਨਾਨਕ ਸੱਚੇ ਅਮਲੀ। ਇਹ ਨਸ਼ਾ ਛੱਡ ਦੇ, ਇਹਦੇ ਨਾਲ ਕੁਝ ਹਾਸਲ ਨਹੀਂ ਹੋਣਾ, ਇਹ ਗਲਤ ਆ। ਜਦੋਂ ਉਹਨੇ ਆਖਿਆ ਵੀ ਠੀਕ ਆ, ਉਹ ਮੱਤ ਲੈ ਲਈ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਵਿਣਸਣਾ ਮਨ ਕੀ ਮੱਤ ਤਿਆਗ। ਗੁਰਬਾਣੀ ਦੀ ਇਸ ਪੰਕਤੀ ਨੂੰ ਕਿਸੇ ਸਮਝਾਇਆ ਤੇ ਉਸ ਨਸ਼ਾ ਪੀਣ ਵਾਲੇ ਨੇ ਨਸ਼ਾ ਕਰਨਾ ਛੱਡ ਦਿੱਤਾ। ਦੇਖੋ ਕਿੰਨੇ ਪਾਸੇ ਭਲਾ ਹੋ ਗਿਆ। ਪਹਿਲਾਂ ਤਾਂ ਉਹਦਾ ਆਪਣਾ ਹੀ ਭਲਾ ਹੋਇਆ, ਉਹਨੇ ਆਪਣੇ ਆਪ ਨੂੰ ਸਵਾਰਿਆ ਵੀ ਉਹਦਾ ਸਰੀਰ ਬਚ ਗਿਆ ਖਰਾਬ ਹੋਣ। ਉਹਦੇ ਸਰੀਰ ਨੂੰ ਜਿਹੜਾ ਦਿਨ ਰਾਤ ਅਲਕੋਹਲ ਪੀਂਦਾ ਸੀ ਜਾਂ ਕੋਈ ਹੋਰ ਸੋ ਕਾਲਡ ਨਸ਼ਾ ਕਰਦਾ ਸੀ, ਉਹ ਨਸ਼ੇ ਛੱਡ ਦਿੱਤੇ ਤੇ ਸਰੀਰ ਬਚ ਗਿਆ। ਘਰ ਦੇ ਵਿੱਚ ਲੜਾਈ ਨਹੀਂ ਹੁੰਦੀ, ਮਾਂ-ਬਾਪ ਖੁਸ਼ ਰਹਿੰਦੇ ਆ, ਪਤਨੀ ਖੁਸ਼ ਰਹਿੰਦੀ, ਰਿਸ਼ਤੇਦਾਰ ਖੁਸ਼ ਰਹਿੰਦੇ। ਜਿਹੜੇ ਰਿਸ਼ਤੇਦਾਰ ਅੱਗੇ ਮੂੰਹ ਮੱਟਦੇ ਸੀ ਵੀ ਭਾਈ ਤੂੰ ਸਾਡੇ ਘਰ ਇਹ ਬੰਦਾ ਨਾ ਹੀ ਆਵੇ, ਉਹ ਵੀ ਹੁਣ ਕਹਿੰਦੇ ਨੇ ਵੀ ਨਹੀਂ ਇਹ ਚੰਗਾ ਹੋ ਗਿਆ, ਹੁਣ ਗੁਰੂ ਦੇ ਲੜ ਲੱਗ ਗਿਆ ਤੇ ਕੋਈ ਨਹੀਂ ਜਦੋਂ ਮਰਜ਼ੀ ਆਵੇ। ਰਿਸ਼ਤੇਦਾਰਾਂ ਨਾਲ ਬਣ ਗਈ, ਬੱਚੇ ਪ੍ਰੇਮ ਕਰਦੇ ਨੇ। ਤੇ ਫਿਰ ਆਪਣੀ ਕਮਾਈ ਦੇ ਵਿੱਚੋਂ ਜਿਹੜੇ ਪੈਸੇ ਉਹ ਨਸ਼ੇ ਤੇ ਲਾਉਂਦਾ ਸੀ, ਉਹਨਾਂ ਜਦੋਂ ਸੁੱਧ ਬੁੱਧ ਆਈ, ਉਹਨਾਂ ਪੈਸਿਆਂ ਦੇ ਨਾਲ ਆਪਣੇ ਬੱਚੇ ਨੂੰ ਚੰਗੀ ਐਜੂਕੇਸ਼ਨ ਦੇ ਸਕਦਾ ਹੈ, ਚੰਗੀ ਵਿੱਦਿਆ ਦੇ ਸਕਦਾ ਹੈ। ਜੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਤੋਂ ਬਾਅਦ ਹੋਰ ਕੋਈ ਥੋੜਾ ਬਹੁਤਾ ਪੈਸਾ ਬਚਿਆ ਤਾਂ ਆਸੇ-ਪਾਸੇ ਨਜ਼ਰ ਮਾਰ ਕੇ ਦੇਖੇ ਕਿਸੇ ਹੋਰ ਬੱਚੇ ਨੂੰ ਪੜ੍ਹਾ ਸਕਦਾ ਹੈ। ਜੇ ਕਿਸੇ ਹੋਰ ਬੱਚੇ ਨੂੰ ਉਸ ਪੈਸੇ ਦੇ ਨਾਲ ਪੜ੍ਹਾ ਦਿੱਤਾ, ਮਨ ਦੀ ਮੱਤ ਤਿਆਗ ਦਿੱਤੀ, ਤੇ ਉਸ ਮਨ ਦੀ ਮੱਤ ਤਿਆਗਣ ਦੇ ਨਾਲ ਜੇ ਹੋਰ ਕੋਈ ਬੱਚਾ ਨਾਲ ਐਜੂਕੇਟਡ ਹੋ ਗਿਆ ਤੇ ਦੇਖੋ ਕਿੰਨੀ ਵੱਡੀ ਸੇਵਾ ਹੋ ਗਈ। ਇਹਨੂੰ ਆਖਦੇ ਨੇ ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਹੁਣ ਮਨ ਤਨ ਕਰਕੇ ਤੇ ਸੇਵਾ ਕਰਨੀ ਆ, ਪਰ ਮਨ ਦਾ ਅੱਗੇ ਰੱਖਣਾ ਇਹ ਪਹਿਲੀ ਸ਼ਰਤ ਹੈ। ਜੇ ਮਨ ਹੀ ਹਾਜ਼ਰ ਨਾ ਰਿਹਾ, ਤਨ ਕਰਕੇ ਅਸੀਂ ਸੇਵਾ ਕਰਾਂਗੇ, ਦਿਖਾਵੇ ਵਜੋਂ ਕਰਾਂਗੇ, ਥੋੜਾ ਟਾਈਮ ਕਰਾਂਗੇ। ਜੇ ਮਨ ਨਾ ਹਾਜ਼ਰ ਰਿਹਾ ਤਾਂ ਫਿਰ ਉਹ ਵਿਖਾਵੇ ਦੀ ਸੇਵਾ ਹੋਊਗੀ। ਤੇ ਜੇ ਮਨ ਕਰਕੇ ਸੇਵਾ ਕਰਦੇ ਆ, ਮਨ ਮੇਰਾ ਲੱਗਾ ਹੈ ਸੇਵਾ ਕਰਨ ਦੇ ਵਿੱਚ, ਤੇ ਫਿਰ ਸਦਾ ਹੀ ਭਾਵੇਂ ਦਿਨ ਹੋਵੇ, ਰਾਤ ਹੋਵੇ, ਕੋਈ ਵੀ ਵਕਤ ਹੋਵੇ, ਫਿਰ ਮੈਂ ਵਿਖਾਵਾ ਨਹੀਂ ਕਰਾਂਗਾ। ਫਿਰ ਮੈਨੂੰ ਜਿਹੜਾ ਬੰਦਾ ਹੁਣ ਠੱਗੀਆਂ ਚੋਰੀਆਂ ਮਾਰਦਾ, ਕੋਈ ਬੰਦਾ ਠੱਗੀ ਮਾਰੀ, ਚੋਰੀ ਕੀਤੀ, ਰਿਸ਼ਵਤ ਲਈ, ਹੁਣ ਇਸ ਠੱਗੀ ਚੋਰੀ ਰਿਸ਼ਵਤ ਦੇ ਪੈਸੇ ਦੇ ਵਿੱਚੋਂ ਆਖਿਆ ਵੀ ਮੈਂ ਥੋੜਾ ਬਹੁਤਾ ਕੋਈ ਦਾਨ ਦਸਵੰਧ ਕੱਢ ਲਿਆ। ਹੁਣ ਦਾਨ ਦਸਵੰਧ ਕੱਢ ਲਿਆ, ਪਰ ਗੁਰੂ ਮਹਾਰਾਜ ਤੇ ਆਖਦੇ ਨੇ ਵੀ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਤੇ ਅੱਗੇ ਜਾ ਕੇ ਇਸ ਸ਼ਬਦ ਆਖਦੇ ਨੇ ਮਾਰਨ ਓਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਜੇ ਤੂੰ ਲੱਖਾਂ ਦੀ ਠੱਗੀ ਮਾਰੀ ਤੇ ਆਖਦਾ ਮੈਂ ਹਜ਼ਾਰਾਂ ਦਾ ਦਾਨ ਦੇ ਦਵਾਂ,
ਜੇ ਹਜ਼ਾਰਾਂ ਵਿੱਚ ਠੱਗੀ ਮਾਰੀ ਆ, ਰਿਸ਼ਵਤ ਲਈ ਆ, ਤੇ ਆਖਦਾ ਹੈ ਕਿ ਮੈਂ 100ਵਾਂ ਦੇ ਵਿੱਚ ਮੈਂ ਕੋਈ ਚੰਗਾ ਕੰਮ ਕਰ ਦਵਾਂ, ਉਹ ਰਿਸ਼ਵਤ ਹੀ ਰਹਿਣੀ ਆ, ਧੋਖਾ ਹੀ ਰਹਿਣਾ ਹੈ। ਜੇ ਹਰਾਮ ਦੇ ਖਾਣੇ ਨੂੰ ਮਾਰਨ ਦਾ ਮਤਲਬ ਮਸਾਲੇ ਆਪਣੀਆਂ, ਆਪਾਂ ਕੋਈ ਖਾਣਾ ਗਲਤ ਬਣਾ ਲਈਏ ਤੇ ਉਹਦੇ ਚ ਜਿੰਨੇ ਮਰਜ਼ੀ ਮਸਾਲੇ ਪਾ ਲਈਏ ਇਹਨਾਂ ਨੂੰ ਸਵਾਦਲਾ ਬਣਾਉਣ ਲਈ, ਹਰਾਮ ਨੇ ਹਰਾਮ ਹੀ ਰਹਿਣਾ, ਉਹਨੇ ਹਲਾਲ ਨਹੀਂ ਹੋ ਜਾਣਾ। ਇਸੇ ਤਰ੍ਹਾਂ ਜੇ ਧੋਖਾ ਕਰਕੇ ਕਿਸੇ ਨਾਲ ਪੈਸਾ ਲੈ ਕੇ ਆਇਆ, ਕਿਸੇ ਦਾ ਹੱਕ ਮਾਰ ਕੇ ਪੈਸਾ ਲੈ ਕੇ ਆਇਆ ਹੈ, ਤੇ ਭਾਵੇਂ ਰਿਸ਼ਵਤ ਲੈ ਕੇ ਉਹ ਪੈਸਾ ਲਿਆ ਕੇ ਭਾਵੇਂ ਉਹਨੂੰ ਦਾਨ ਦਸਵੰਧ ਤੇ ਲਾ ਦੇ, ਉਹ ਜਿਹੜਾ ਪੈਸਾ ਹੈ ਉਹ ਹਲਾਲ ਨਹੀਂ ਹੋ ਸਕਦਾ। ਧੋਖੇ ਨੇ ਧੋਖਾ ਰਹਿਣਾ, ਰਿਸ਼ਵਤ ਨੇ ਰਿਸ਼ਵਤ ਰਹਿਣਾ, ਉਹ ਜਿਹੜਾ ਉਹ ਚੰਗੇ ਪਾਸੇ ਉਹ ਹਲਾਲ ਦਾ ਨਹੀਂ ਹੋ ਸਕਦਾ। ਇਹਦੇ ਵਿੱਚ ਇੱਕ ਬੜੀ ਪਿਆਰੀ ਉਦਾਹਰਨ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਜ਼ਿੰਦਗੀ 'ਚ ਪੜ੍ਹਦੇ ਹਾਂ, ਮਲਕ ਭਾਗੋ ਦੀ ਤੇ ਭਾਈ ਲਾਲੋ ਜੀ ਦੀ। ਹੁਣ ਜਿਸ ਵੇਲੇ ਭਾਈ ਲਾਲੋ ਦੇ ਘਰ ਦਾ ਦਰਵਾਜ਼ਾ ਖੜਕਾਇਆ ਨਾ ਗੁਰੂ ਨਾਨਕ ਪਾਤਸ਼ਾਹ ਨੇ, ਆਖਣ ਲੱਗੇ, ਭਾਈ ਲਾਲੋ ਦੇ ਦੋਵੇਂ ਹੱਥ ਜੁੜ ਗਏ, ਆਖਣ ਲੱਗੇ, ਪਾਤਸ਼ਾਹ ਧੰਨ ਭਾਗ ਤੁਸੀਂ ਮੇਰੇ ਦਰਵਾਜ਼ੇ ਤੇ ਆਏ, ਪਰ ਮੈਂ ਕੋਈ ਬਹੁਤ ਹੀ ਜ਼ਿਆਦਾ ਉੱਚੀ ਸੇਵਾ ਨਹੀਂ ਜੇ ਕਰ ਸਕਦਾ। ਸੱਚੇ ਪਾਤਸ਼ਾਹ ਆਖਿਆ, ਭਾਈ ਲਾਲੋ ਜੀ ਤੁਸੀਂ ਧਰਮ ਦੀ ਕਿਰਤ ਕਰਦੇ ਹੋ, ਤੇ ਧਰਮ ਦੀ ਕਿਰਤ ਕਰਕੇ ਉਸ ਕਿਰਤ ਦੇ ਵਿੱਚੋਂ ਵੀ ਤੁਸੀਂ ਜਿੰਨਾ ਸਰਦਾ ਪੁੱਜਦਾ ਤੁਸੀਂ ਉਹ ਵੰਡ ਕੇ ਛਕਦੇ ਹੋ, ਤੇ ਫਿਰ ਜੋ ਵੀ ਹੈਗਾ ਅਸੀਂ ਉਹੀ ਛਕਾਂਗੇ। ਭਾਈ ਲਾਲੋ ਨੇ ਕੋਧਰੇ ਦਾ ਪ੍ਰਸ਼ਾਦਾ ਦੇਖੋ ਤਿਆਰ ਕੀਤਾ, ਤੇ ਕੋਧਰੇ ਦਾ ਪ੍ਰਸ਼ਾਦਾ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੇ ਰਲ ਕੇ ਛਕਿਆ। ਉਸੇ ਵੇਲੇ ਮਲਕ ਭਾਗੋ ਦੂਸਰੇ ਪਾਸੇ ਬ੍ਰਹਮ ਭੋਜ ਕਰ ਰਿਹਾ। ਆਪਾਂ ਛੋਟੇ ਹੁੰਦੇ ਫੋਟੋਆਂ ਦੇਖਦੇ ਸੀ ਵੀ ਇੱਕ ਫੁਲਕੇ ਚੋਂ ਲਹੂ ਚੋਰਿਆ ਹੈ, ਇੱਕ ਦੇ ਵਿੱਚੋਂ ਖੂਨ ਆ, ਉਹ ਇੱਕ ਸਾਨੂੰ ਸਮਝਾਉਣ ਵਾਸਤੇ ਸੀ ਵੀ ਇੱਕ ਦੇ ਵਿੱਚੋਂ ਦੁੱਧ ਆ, ਇੱਕ ਦੇ ਵਿੱਚੋਂ ਖੂਨ ਆ। ਹੁਣ ਦੇਖੋ ਨਾ, ਉਹ ਖੂਨ ਦਾ ਮਤਲਬ ਸੀਗਾ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਤੂੰ ਬੇਸ਼ੱਕ ਬ੍ਰਹਮ ਭੋਜ ਕਰਦਾ ਹੈ ਮਲਕ ਭਾਗੋ, ਤੂੰ ਬ੍ਰਹਮ ਭੋਜ ਕਰਦਾ ਹੈ, ਲੋਕਾਂ ਨੂੰ ਲੁੱਟ ਕੇ ਕਰਦਾ, ਜਿਹੜੇ ਤੇਰਾ ਇਹ ਖਾਣਾ ਖਾਣ ਆਏ ਨੇ, ਸਰਾਧ ਖਾਣ ਆਏ ਨੇ, ਇਹ ਬ੍ਰਹਮ ਭੋਜ ਖਾਣ ਆਏ ਨੇ, ਹੁਣ ਮਗਰੋਂ ਅਰਦਾਸ ਵੀ ਤੇ ਕਰਨਗੇ ਨਾ, ਅਰਦਾਸ ਕਰਨਗੇ ਵੀ ਭਾਈ ਹੋਰ ਵਾਧਾ ਪਾ, ਜਾਨੀ ਥੋੜਿਆਂ ਨੂੰ ਲੁੱਟਦਾ ਹੋਰਾਂ ਨੂੰ ਲੁੱਟ। ਇਹੀ ਮਤਲਬ ਹੈ ਨਾ ਅਰਦਾਸ। ਜੇ ਹੁਣ ਆਪਾਂ ਕੋਈ ਗਲਤ ਕੰਮ ਕਰਕੇ ਆਪਾਂ ਕਿਸੇ ਨੂੰ ਸੱਦ ਕੇ ਆਖਦੇ ਹਾਂ ਵੀ ਭਾਈ ਆ ਕੇ ਸਾਡੀ ਅਰਦਾਸ ਬੇਨਤੀ ਕਰੋ, ਤੇ ਇਹਦਾ ਮਤਲਬ ਤੇ ਅਰਦਾਸ ਕਰਨ ਵਾਲਾ ਕਹਿੰਦਾ ਸੱਚੇ ਪਾਤਸ਼ਾਹ ਹੋਰ ਵਾਧਾ ਪਾਓ ਇਹਦੀ ਕਮਾਈ 'ਚ, ਤੇ ਵਾਧਾ ਪਾਓ ਦਾ ਮਤਲਬ ਵੀ ਅੱਗੇ ਥੋੜਿਆਂ ਨੂੰ ਲੁੱਟਿਆ ਔਰ ਬਹੁਤਿਆਂ ਨੂੰ ਲੁੱਟੇ, ਇਹੀ ਮਤਲਬ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮੈਂ ਗਵਾਹੀ ਨਹੀਂ ਭਰ ਸਕਦਾ। ਹੁਣ ਜੇ ਉਨੀ ਦੇਰ ਤੱਕ ਭਾਈ ਸੱਜਣ ਨਹੀਂ ਬਣਿਆ, ਉਨੀ ਦੇਰ ਤੱਕ ਉਹ ਸੱਜਣ ਠੱਗ ਹੀ ਰਿਹਾ, ਭਾਵੇਂ ਉਹਨ ਧਰਮਸ਼ਾਲਾ ਬਣਾਈ ਸੀ, ਭਾਵੇਂ ਜੋ ਮਰਜ਼ੀ ਸੀ, ਕਿੰਨਾ ਉਹ ਦਾਨ ਕਰਦਾ ਸੀ, ਕਿੰਨਾ ਦਾ ਉਹ ਦਿਖਾਵੇ ਵਾਸਤੇ ਭਲਾ ਕਰਦਾ ਸੀ, ਜਿੰਨੀ ਦੇਰ ਤੱਕ ਮਨ ਦੇ ਉੱਤੇ ਸ਼ਬਦ ਦੀ ਚੋਟ ਨਹੀਂ ਨਾ ਲੱਗੀ, ਉਨੀ ਦੇਰ ਤੱਕ ਕਰੈਕਟਰ ਨਹੀਂ ਘੜਿਆ ਗਿਆ। ਕਰੈਕਟਰ ਜਿਸ ਵੇਲੇ ਘੜਿਆ ਗਿਆ ਤੇ ਸੁਭਾਵਕ ਹੀ ਕਈਆਂ ਦਾ ਭਲਾ ਹੋ ਗਿਆ, ਕਈਆਂ ਨੂੰ ਭਾਈ ਸੱਜਣ ਨੇ ਫਿਰ ਆਪਣੇ ਵਰਗੇ ਭਾਈ ਬਣਾਇਆ। ਜਦੋਂ ਕਈਆਂ ਨੂੰ ਭਾਈ ਬਣਾਇਆ, ਕਈ ਸਿੱਧੇ ਰਸਤੇ ਪਾਏ, ਤੇ ਇਹਦਾ ਮਤਲਬ ਕੀ ਹੋ ਗਿਆ, ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਇਹ ਉਹ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੇ, ਉਹ ਗੁਰਮੁਖ ਬਣ ਗਿਆ। ਹੁਣ ਗੁਰਮੁਖ ਬਣਨ ਵਾਸਤੇ ਜਿਹੜਾ ਗੁਰਮੁਖ ਅਸੀਂ ਬਣਨਾ ਹੈ, ਕਿਉਂ ਇੱਕ ਪਾਸੇ ਇਹ ਵੀ ਆਖਿਆ ਜਾਂਦਾ ਹੈ ਕਿ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਜਿਹੜੀ ਸਤਿਗੁਰ ਦੀ ਸਿਰ ਦੀਜੇ ਦਾ ਮਤਲਬ ਆ ਹਉਮੈ ਛੱਡਣੀ ਪੈਂਦੀ ਹੈ, ਆਪਣੇ ਆਪ ਨੂੰ ਅਸਲ ਦੇ ਵਿੱਚ ਸੇਵਾ ਦਾ ਨਿਯਮ ਆ ਆਪਣਾ ਆਪ ਸਮਰਪਿਤ ਕਰਨਾ ਪੈਂਦਾ ਹੈ। ਜੇ ਅਸੀਂ ਆਪਾਂ ਭਾਵ ਨਹੀਂ ਨਾ ਗਵਾਉਂਦੇ ਸੇਵਾ ਕਰਦੇ, ਆਪਣਾ ਆਪ ਸਮਰਪਿਤ ਨਹੀਂ ਨਾ ਕਰਦੇ, ਤੇ ਫਿਰ ਉਹ ਗੱਲ ਬਣਦੀ ਨਹੀਂ ਜਿਹੜੀ ਸੇਵਾ ਕਰਦਿਆਂ ਬਣਨੀ ਚਾਹੀਦੀ ਹੈ। ਕਿਉਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿਤੇ ਮਹਾਰਾਜ ਨੇ ਆਖਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਬਹੁਤ ਕੁਛ ਆ ਬਾਹਰੀ ਰੂਪ ਦੇ ਵਿੱਚ ਸੇਵਾ ਦਾ ਸੰਕਲਪ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੇਖੋ ਪ੍ਰਚਾਰਕ ਫੇਰੀਆਂ ਦੇ ਵਿੱਚ ਕਰਕੇ ਦਿਖਾਇਆ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਪ੍ਰਚਾਰਕ ਫੇਰੀਆਂ ਤੇ ਗਏ ਨੇ, ਤੇ ਪ੍ਰਚਾਰਕ ਫੇਰੀਆਂ ਤੇ ਜਾ ਕੇ ਉਹਨਾਂ ਕਿੰਨਿਆਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਉਂਦਾ। ਹੁਣ ਕਿਸੇ ਭੁੱਲੇ ਭਟਕੇ ਬੰਦੇ ਨੂੰ, ਕਿਸੇ ਗਲਤ ਜਾਂਦੇ ਰਾਹ ਨੂੰ ਸਿੱਧਾ ਰਸਤਾ ਦਿਖਾ ਦੇਣਾ, ਇਹ ਕਿੱਡੀ ਲਾਮਿਸਾਲ ਸੇਵਾ ਹੈ। ਸਾਡੇ ਕੋਲੋਂ ਮੰਨ ਲਓ ਕੋਈ ਬੰਦਾ ਰਸਤਾ ਪੁੱਛ ਲਵੇ, ਤੇ ਸਾਨੂੰ ਪਤਾ ਹੋਵੇ ਵੀ ਭਾਈ ਇਧਰਲੇ ਪਾਸੇ ਤੂੰ ਜਾ ਤੇ ਜਲਦੀ ਆਪਣੀ ਮੰਜ਼ਿਲ ਤੇ ਪਹੁੰਚੇਗਾ, ਇੱਕ ਕਿੱਡੀ ਵੱਡੀ ਸੇਵਾ, ਬੰਦਾ ਜਲਦੀ ਪਹੁੰਚ ਕੇ ਆਪਣਾ ਕੰਮ ਟਾਈਮ ਨਾਲ ਖਤਮ ਕਰ ਦੇਗਾ। ਇਹ ਕਿਸੇ ਨੂੰ ਸਹੀ ਰਸਤਾ ਦੱਸ ਦੇਣਾ ਵੀ ਇੱਕ ਬਹੁਤ ਵੱਡੀ ਸੇਵਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸੇਵਾ ਹੈ। ਤੇ ਇਹ ਜਿਹੜੀ ਸੇਵਾ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰ ਫੇਰੀਆਂ ਤੇ ਕੀਤੀ, ਭੁੱਲਿਆਂ ਭਟਕਿਆਂ ਨੂੰ ਸਿੱਧਾ ਰਸਤਾ ਪਾ ਕੇ, ਇਹਦਾ ਅਭਿਆਸ ਅਸੀਂ ਕਰਨਾ ਸੀ ਗੁਰਦੁਆਰੇ ਆ ਕੇ। ਗੁਰਦੁਆਰੇ ਆ ਕੇ ਅਸੀਂ ਇਹ ਸੇਵਾ ਸਿੱਖਣੀ ਸੀ।
ਪ੍ਰੈਕਟੀਕਲ ਹੁੰਦਾ, ਦੇਖਣਾ ਸੀ ਵੀ ਕਿਵੇਂ ਇਸ ਸੇਵਾ ਦਾ ਪ੍ਰੈਕਟੀਕਲ ਹੋ ਰਿਹਾ ਹੈ, ਤੇ ਇਹ ਅਸੀਂ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਾਹਰ ਜਾ ਕੇ ਇਹ ਅਭਿਆਸ ਕਰਨੇ ਸੀ। ਹੁਣ ਆਪਾਂ ਗੁਰਦੁਆਰੇ ਜਾਂਦੇ ਆ, ਉੱਥੇ ਬਿਨਾਂ ਕੋਈ ਭਿੰਨ ਭੇਦ ਤੋਂ, ਕੋਈ ਗੋਰਾ ਕੋਈ ਕਾਲਾ, ਕਿਸੇ ਦੀ ਜਾਤ ਉੱਚੀ ਕਿਸੇ ਦੀ ਨੀਵੀਂ, ਕੁਝ ਨਹੀਂ ਪੁੱਛਿਆ ਜਾਂਦਾ। ਬਿਨਾਂ ਜਾਤ ਪਾਤ ਦੇ, ਭਿੰਨ ਭੇਦ ਤੋਂ, ਇਹਨਾਂ ਸਾਰਿਆਂ ਤੋਂ। ਦੇਖੋ ਨਾ, ਕੋਈ ਪਹਿਲੇ ਜ਼ਮਾਨੇ 'ਚ ਪੱਖੇ ਚੱਲਦੇ ਸੀ, ਅੱਜ ਕੋਈ ਪੱਖੇ ਸਾਫ਼ ਕਰ ਰਿਹਾ ਹੈ, ਕੋਈ ਝਾੜੂ ਪੋਚੇ ਦੀ ਸੇਵਾ ਕਰ ਰਿਹਾ ਹੈ, ਕੋਈ ਲੰਗਰ ਬਣਾ ਰਿਹਾ ਹੈ, ਕੋਈ ਲੰਗਰ ਛਕਾ ਰਿਹਾ ਹੈ, ਕੋਈ ਲੰਗਰ ਦੇ ਵਿੱਚ ਜਿਹੜੇ ਬਰਤਨ ਨੇ ਝੂਠੇ ਉਹਨਾਂ ਨੂੰ ਮਾਂਜ ਰਿਹਾ ਹੈ, ਕੋਈ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ। ਹੁਣ ਇਹ ਕੁਝ ਅਸੀਂ ਬਾਹਰ ਜਾ ਕੇ ਕਰਨਾ ਸੀ। ਹੁਣ ਮਾਫ ਕਰਨਾ, ਗੁਰਦੁਆਰੇ ਦੇ ਵਿੱਚ ਤਾਂ ਮੈਂ ਝੂਠੇ ਬਰਤਨ ਮਾਂਜੇ, ਬੜੇ ਵਿਖਾ ਕੇ ਸੇਵਾ ਕੀਤੀ ਵੀ ਮੈਂ ਝੂਠੇ ਬਰਤਨ, ਦੇਖੋ ਜੀ ਮੈਂ ਬਰਤਨਾਂ ਦੀ ਸੇਵਾ ਕੀਤੀ। ਹੁਣ ਘਰ ਆ ਕੇ ਮੇਰੀ ਮੇਡ ਨਹੀਂ ਆਈ, ਮੇਡ ਰੱਖੀ ਸੀ, ਉਹਨੂੰ ਕੋਈ ਕੰਮ ਪੈ ਗਿਆ, ਚਲੋ ਕੁਝ ਹੋਣਗੇ ਜਿਹੜੇ, ਕਿ ਸਾਡੇ ਇੱਥੇ ਮੇਡ ਮਿਲਦੇ ਨਹੀਂ ਨਾ, ਆਪੇ ਹੀ ਕਰਨਾ ਪੈਂਦਾ। ਇੰਡੀਆ ਦੇ ਵਿੱਚ ਅਕਸਰ ਮੇਡ ਹੁੰਦੇ ਆ ਲੋਕਾਂ ਦੇ ਘਰਾਂ 'ਚ, ਤੇ ਉਹ ਨਾ ਕੀ ਆ ਨਾ, ਉਹ ਮੇਡ ਆਈ ਨਹੀਂ, ਉਹਨੂੰ ਕੋਈ ਕੰਮ ਪੈ ਗਿਆ ਜਾਂ ਕੋਈ ਸਰੀਰਕ ਪੱਖ ਤੋਂ ਬਿਮਾਰ ਹੋ ਗਈ। ਹੁਣ ਮੈਂ ਗੁਰਦੁਆਰੇ ਬਰਤਨ ਮਾਂਜ ਕੇ ਆਈ, ਘਰ ਆ ਕੇ ਪਹਿਲਾਂ 20 ਗਾਲਾਂ ਤਾਂ ਮੇਡ ਨੂੰ ਕੱਢੀ, ਉਹਨੂੰ ਪਹਿਲਾਂ ਫੋਨ ਕੀਤਾ, ਕਈ ਕੁਝ ਕੀਤਾ, ਇੱਧਰ ਉੱਧਰ, ਤੁਹਾਡੇ ਆਈ, ਕੋਈ ਇੱਕ ਦੋ ਘਰਾਂ 'ਚ ਹੋਰ ਵੀ ਲੱਗੀ ਹੁੰਦੀ ਹੈ। ਹੁਣ ਉਹਨੂੰ 20 ਗਾਲਾਂ ਕੱਢੀਆਂ, ਜਿੰਨਾ ਸਮਾਂ ਉਹਨੂੰ ਗਾਲਾਂ ਕੱਢਣ ਤੇ ਉਹਦੇ ਲਈ ਮੰਦਾ ਬੋਲਣ ਤੇ ਗੁਜ਼ਾਰਿਆ, ਉਹਨੇ ਸਮੇਂ 'ਚ ਮੈਂ ਬਰਤਨ ਹੀ ਸਾਫ਼ ਕਰ ਲਈ। ਮੈਂ ਸੋਚਦੀ ਵੀ ਭਾਈ ਮੈਂ ਆਪੇ ਹੀ ਬਰਤਨ ਸਾਫ਼ ਕਰ ਲਵਾਂ ਨਾ, ਜੇ ਉੱਥੇ ਸੇਵਾ ਕੀਤੀ ਉੱਥੋਂ ਸਿੱਖ ਕੇ ਆਈ, ਇਹ ਤਾਂ ਮੇਰੇ ਆਪਣੇ ਬੱਚਿਆਂ ਦੇ ਆ, ਮੇਰੇ ਆਪਣੇ ਘਰਦਿਆਂ ਦੇ ਆ, ਇਹ ਕਿਉਂ ਨਾ ਮੈਂ ਕਰਾਂ। ਹੁਣ ਇਹੋ ਜਿਹੇ ਚੰਗੇ ਇਨਸਾਨ ਦੀ ਕਿੱਥੇ ਲੋੜ ਨਹੀਂ। ਹੁਣ ਗੁਰਦੁਆਰੇ ਅਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਆਉਂਦੇ ਆ, ਤੇ ਘਰ ਆ ਕੇ ਕੋਈ ਆਕੇ, ਮਾਂ ਆਖ ਦੇਵੇ ਜਾਂ ਕੋਈ ਸੱਸ ਸਹੁਰਾ ਆ ਕੇ ਵੀ ਭਾਈ ਮੈਂ ਇਹ ਨਹੀਂ ਖਾਣਾ, ਮੈਨੂੰ ਦੂਜੀ ਚੀਜ਼ ਬਣਾ ਦੇ, ਤੇ ਮਨ ਨੂੰ ਕੁਛ ਹੋ ਜਾਂਦਾ ਉਸ ਵੇਲੇ ਵੀ ਮੈਂ ਕਿਵੇਂ ਬਣਾਵਾਂ, ਮੈਂ ਤਾਂ ਥੱਕੀ ਆਈ ਹਾਂ, ਮੈਂ ਸੇਵਾ ਕਰਕੇ ਆਈ ਹਾਂ। ਉਹ ਸੇਵਾ ਨਾਲ ਤੇ ਨਾ ਲਿਆਂਦੀ, ਉਹ ਨਾਲ ਨਹੀਂ ਲੈ ਕੇ ਆਂਦੀ ਉਹ ਸੇਵਾ, ਉਹ ਗੁਰਦੁਆਰੇ ਦਿਖਾਵੇ ਕਰਕੇ, ਤਨ ਕਰਕੇ ਆਏ ਆ, ਪਰ ਮਨ ਕਰਕੇ ਨਹੀਂ ਲੈ ਕੇ ਆਏ ਆਪਾਂ ਉਸ ਸੇਵਾ ਨੂੰ। ਜੇ ਜੁਆਇੰਟ ਫੈਮਿਲੀ 'ਚ ਰਹਿੰਦੇ ਆ ਤੇ ਵਾਰੀਆਂ ਬੰਨੀਆਂ ਕੰਮ ਕਰਨ ਦੀਆਂ, ਵੀ ਅੱਜ ਤੇਰੀ ਵਾਰੀ, ਅੱਜ ਉਹਦੀ ਵਾਰੀ, ਅੱਜ ਉਹਦੀ ਵਾਰੀ। ਜੇ ਬਾਈ ਚਾਂਸ ਕੋਈ ਇੱਕ ਵੇਲੇ ਨਹੀਂ ਕਰ ਸਕਦਾ ਤੇ ਦੂਜਾ ਬੰਦਾ ਆ ਕੇ ਕੋਈ ਗੱਲ ਨਹੀਂ ਭਾਈ ਮੈਂ ਕਰ ਦਿੰਦਾ। ਜੇ ਮਨ ਕਰਕੇ ਸੇਵਾ ਕੀਤੀ, ਜੇ ਮਨ ਕਰਕੇ ਪ੍ਰੈਕਟੀਕਲ ਕੀਤਾ, ਮਨ ਕਰਕੇ ਸਿੱਖੀ ਆ ਨਾ, ਤੇ ਫਿਰ ਮੈਨੂੰ ਘਰ ਆ ਕੇ ਵੀ ਮਿੱਠਾ ਬੋਲਣ ਦੇ ਵਿੱਚ, ਘਰ ਆ ਕੇ ਉਹ ਸੇਵਾ ਕਰਨ 'ਚ ਕੋਈ ਮੈਨੂੰ ਦੋ ਨਹੀਂ, ਕੋਈ ਮੈਨੂੰ ਮੇਰੇ ਮਨ 'ਚ ਕੋਈ ਦੂਜ ਨਹੀਂ ਆਊਗੀ, ਫਿਰ ਕੀ ਹੋਇਆ ਭਾਈ ਮੈਂ ਕਰ ਲੈਂਦੀ ਹਾਂ। ਹੁਣ ਅਸੀਂ ਇਹ ਗੱਲ ਗੁਰਦੁਆਰੇ ਦੇ ਵਿੱਚ ਅਸੀਂ ਮਿੱਠਾ ਬੋਲਦੇ, ਹੁਣ ਉੱਥੇ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਨੂੰ ਗਾਲ ਮੰਦਾ ਨਹੀਂ ਨਾ ਕੱਢ ਸਕਦੇ। ਜੇ ਹੁਣ ਉੱਥੇ ਜਾ ਕੇ ਆਪਾਂ ਗਾਲਾਂ ਕੱਢੀਏ ਜਾਂ ਗਲਤ ਬੋਲੀਏ ਤੇ ਫਿਰ ਕੀ ਹੋਊਗਾ, ਕਹਿਣਗੇ ਤੈਨੂੰ ਅਕਲ ਨਹੀਂ, ਗੁਰਦੁਆਰੇ ਆ ਕੇ ਮਹਾਰਾਜ ਦੀ ਹਜ਼ੂਰੀ ਚ ਆ ਕੇ ਗਾਲਾਂ ਕੱਢਦੇ ਆ। ਹੁਣ ਜੇ ਗੁਰਦੁਆਰੇ ਜਾ ਕੇ ਮਿੱਠਾ ਬੋਲਣਾ ਹੈ ਤੇ ਫਿਰ ਬਾਹਰ ਆ ਕੇ ਕਿਉਂ ਨਾ ਬੋਲੀਏ। ਉਹ ਮਿੱਠਾ ਤਾਂ ਆਪਣੇ ਨਾਲ ਲੈ ਕੇ ਆਈਏ ਨਾ, ਉਹ ਵੀ ਇੱਕੋ ਕਿੱਡੀ ਵੱਡੀ ਸੇਵਾ ਹੈ। ਹੁਣ ਗੁਰਦੁਆਰੇ ਕਈ ਵੀਰ ਇਹੋ ਜਿਹੇ ਨੇ, ਉਹ ਆਖਦੇ ਨਹੀਂ ਅੱਜ ਮੈਂ ਗੁਰਦੁਆਰਾ ਸਾਹਿਬ ਜਾਣਾ, ਅੱਜ ਡਰਿੰਕ ਨਹੀਂ ਕਰਨੀ। ਹੁਣ ਜੇ ਗੁਰਦੁਆਰੇ ਜਾਣ ਲੱਗਿਆ ਡਰਿੰਕ ਨਹੀਂ ਕਰਨੀ ਤੇ ਫਿਰ ਆਪਣੇ ਘਰ ਵੀ ਆ ਕੇ ਡਰਿੰਕ ਕਿਉਂ ਕਰਨੀ ਹੋਈ, ਫਿਰ ਬਾਹਰ ਪੱਬਾਂ ਕਲੱਬਾਂ ਦੇ ਵਿੱਚ ਜਾ ਕੇ ਵੀ ਜਿਹੜੀ ਡਰਿੰਕ ਆ ਉਹ ਕਿਉਂ ਕਰਨੀ ਹੋਈ। ਜਿਹੜੇ ਮਨ ਦੇ ਵਿੱਚ ਇਹੋ ਜਿਹੇ ਟੋਏ ਟਿੱਬੇ ਆ ਨਾ, ਇਹਨਾਂ ਨੂੰ ਲਾ ਕੇ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਇਹ ਜਿਹੜੇ ਟੋਏ ਟਿੱਬੇ ਨੇ ਨਾ ਮਨ ਦੇ ਵਿੱਚ ਬਣੇ, ਇਹ ਟੋਏ ਟਿੱਬੇ ਲਾ ਲਈਏ, ਮਨ ਨੂੰ ਮੈਦਾਨ ਕਰ ਲਈਏ ਤੇ ਸੰਸਾਰ ਕਿੰਨਾ ਸੋਹਣਾ ਬਣ ਜਾਏ। ਸਾਡਾ ਜਿਹੜਾ ਸਮਾਜ ਆ ਉਹ ਕਿੰਨਾ ਸੋਹਣਾ ਬਣ ਜਾਏ। ਹੁਣ ਗੁਰਦੁਆਰੇ ਕੋਈ ਲੰਗਰ ਪ੍ਰਸ਼ਾਦਾ ਛਕਣ ਆਇਆ, ਉਹ ਤਨ ਦੀ ਭੁੱਖ ਮਿਟਾਉਣ ਆਇਆ, ਉਹਨੂੰ ਤਨ ਨੂੰ ਭੁੱਖ ਲੱਗੀ, ਉਹ ਕਹਿੰਦਾ ਮੈਂ ਲੰਗਰ ਪ੍ਰਸ਼ਾਦਾ ਛਕਣਾ। ਹੋ ਸਕਦਾ ਕੋਈ ਭੈਣ ਭਰਾ ਗੁਰਦੁਆਰੇ ਇਹੋ ਜਿਹਾ ਵੀ ਆਇਆ ਹੋਵੇ ਜਿਹਦੇ ਮਨ ਨੂੰ ਭੁੱਖ ਲੱਗੀ ਹੋਵੇ, ਜਿਹਨੂੰ ਕੋਈ ਨੇਕ ਸਲਾਹ ਦੀ ਲੋੜ ਹੋਵੇ, ਜਿਹੜਾ ਚਾਹੁੰਦਾ ਹੋਵੇ ਵੀ ਕੋਈ ਮੇਰਾ ਲਾਗੇ ਬਹਿ ਕੇ ਦੁੱਖ ਸੁੱਖ ਸੁਣ ਲਵੇ, ਮੈਨੂੰ ਨੇਕ ਸਲਾਹ ਦੇ ਦੇਵੇ, ਮੈਂ ਆਪਣੇ ਜੀਵਨ ਚ ਅੱਗੇ ਕੀ ਕਰਾਂ। ਉਹ ਕਿੱਡੀ ਵੱਡੀ ਸੇਵਾ, ਕਿਸੇ ਦਾ ਦੁੱਖ ਸੁਣ ਲੈਣਾ, ਦੁੱਖ ਸੁਣ ਕੇ ਅਗਲੇ ਦਾ ਮਨ ਹਲਕਾ ਹੋ ਜਾਣਾ ਤੇ ਉਹਨੂੰ ਉਹਦੇ ਵਾਸਤੇ ਨੇਕ ਸਲਾਹ ਦੇ ਦੇਣੀ। ਸਾਰੀ ਦੁਨੀਆ ਦੇ ਵਿੱਚ ਜਿਹੜੀ ਆ, ਜੇ ਅਸੀਂ ਤਨ ਦੀ ਭੁੱਖ ਮਿਟਾਉਂਦੇ ਆ ਤਾਂ ਮਨ ਦੀ ਭੁੱਖ ਮਿਟਾਉਣ ਦਾ ਵੀ ਯਤਨ ਕਰੀਏ। ਇਹ ਵੀ ਸੇਵਾ ਬੜੀ ਜ਼ਰੂਰੀ ਹੈ। ਅਸੀਂ ਜੇ ਬਾਬਾ ਫਰੀਦ ਜੀ ਨੇ ਆਖਿਆ ਨਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਦ ਕਸਬਾਂ ਦੂਜਾ ਨਾ, ਤੇਰੇ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਸੱਚੇ ਪਾਤਸ਼ਾਹ। ਤੁਹਾਡੇ ਤੋਂ ਬਿਨਾਂ ਮੈਂ ਖਲਕਤ ਦੇ ਵਿੱਚ ਕਿਸੇ ਹੋਰ ਨੂੰ ਵੇਖ ਹੀ ਨਹੀਂ ਸਕਦਾ। ਜੇ ਤੂੰ ਚੰਗਾ ਡਾਕਟਰ ਹੈ, ਜੇ ਚੰਗਾ ਡਾਕਟਰ ਹੈ ਤੂੰ,
ਤੇ ਤੇਰੇ ਕੋਲ ਕੋਈ ਪੇਸ਼ੈਂਟ ਆਇਆ ਹੈ ਤੇ ਉਸ ਪੇਸ਼ੈਂਟ ਦਾ ਇਲਾਜ ਇੰਜ ਕਰ ਵੀ ਉਹਨੂੰ ਨੇਕ ਮਨ ਦੇ ਨਾਲ ਉਹਦਾ ਇਲਾਜ ਕਰ। ਇਹ ਨਾ ਸੋਚ ਕਿ ਹੁਣ ਪੇਸ਼ੈਂਟ ਆ ਗਿਆ ਤੇ 1 ਮਹੀਨਾ ਹੁਣ ਇਹਦਾ ਪਿੱਛਾ ਨਹੀਂ ਆਪਾਂ ਛੱਡਣਾ, 1 ਮਹੀਨਾ ਪਹਿਲਾਂ ਮੇਰੇ ਕੋਲ ਚੱਕਰ ਲਾਈ ਜਾਵੇ। ਉਸ ਪੇਸ਼ੈਂਟ ਦਾ ਨੇਕ ਦਿਲੀ ਨਾਲ ਇਲਾਜ ਕਰਨਾ ਇਹ ਆਪਣੇ ਆਪ ਚ ਇੱਕ ਕਹਿੰਦੀ ਕਿਉਂ ਦੀ ਸੇਵਾ। ਜੇ ਚੰਗਾ ਇੰਜੀਨੀਅਰ ਆ ਤੇ ਉਸਾਰੀਆਂ ਚੰਗੀਆਂ ਕਰ। ਇਹ ਨਾ ਹੋਵੇ ਵੀ ਇੱਧਰ ਪੁਲ ਬਣਾਇਆ ਤੇ ਇੱਧਰ ਪੁਲ ਢੱਠ ਗਿਆ। ਉਹ ਉਸਾਰੀ ਮਹਾਰਾਜ ਦੇ ਇਹ ਸੋਚ ਕੇ ਕਰ ਵੀ ਇੱਥੇ ਜਿਹੜੇ ਰਹਿਣੇ ਗੁਰੂ ਨਾਨਕ ਪਾਤਸ਼ਾਹ ਦੇ ਜੀ ਰਹਿਣੇ ਨੇ, ਵਧੀਆ ਉਸਾਰੀਆਂ ਕਰ। ਜੇ ਚੰਗਾ ਵਕੀਲ ਆ, ਸੱਚੇ ਪਾਤਸ਼ਾਹ ਨੇ ਮੱਤ ਬੁੱਧ ਵਧੀਆ ਦਿੱਤੀ ਆ, ਵਕੀਲ ਬਣ ਗਿਆ ਹੈ ਤੇ ਤੇਰੇ ਕੋਲ ਜਿਹੜਾ ਕੋਈ ਆਇਆ ਉਹਨੂੰ ਨੇਕ ਸਲਾਹ ਦੇ। ਇਹ ਨਾ ਹੋਵੇ ਵੀ ਤੂੰ ਇਹ ਆਖੇ ਵੀ ਮੈਂ ਤੇ ਜੀ ਬਸ ਹੁਣ ਆ ਗਿਆ, ਇੱਕ ਵਾਰੀ ਇੱਕ ਬੰਦਾ ਫਸ ਗਿਆ, ਹੁਣ ਫਸੇ ਰਹਿਣਾ ਚਾਹੀਦਾ। ਉਹ ਸੇਵਾ ਹੈ। ਆਪਣਾ ਕੰਮ, ਜਿਸ ਕੰਮ ਦੇ ਚੰਗਾ ਟੀਚਰ ਹੈ ਤੇ ਬੱਚਿਆਂ ਨੂੰ ਇਮਾਨਦਾਰੀ ਨਾਲ ਪੜ੍ਹਾ, ਇਹ ਸੇਵਾ ਕਰ। ਇਹ ਸੇਵਾ ਵੀ ਮਹਾਰਾਜ ਨੇ ਕਰਨ ਲਈ ਆਖੀ ਹੈ। ਸਾਰੀ ਦੁਨੀਆ ਦੇ ਵਿੱਚ ਰੱਬ ਨੂੰ ਵਸਦਾ ਵੇਖਣਾ। ਸਭ ਮੈਂ ਜੋਤ ਹੈ ਸੋਏ, ਇਹ ਜਿਹੜਾ ਸਾਨੂੰ ਬਰਾਬਰੀ ਦਾ ਸਿਧਾਂਤ ਦਿੱਤਾ ਹੈ ਨਾ ਮਹਾਰਾਜ ਨੇ, ਦਇਆ ਦੀ ਕਪਾਹ ਤਾਂ ਹੀ ਪੈਦਾ ਹੋਏਗੀ ਜੇ ਅਸੀਂ ਸਭ ਮੈਂ ਜੋਤ ਹੈ ਸੋਏ ਵੇਖਾਂਗੇ। ਜੇ ਅਸੀਂ ਸਭ ਮੈਂ ਜੋਤ ਹੈ ਸੋਏ ਨਹੀਂ ਨਾ ਵੇਖਦੇ, ਜੇ ਸਾਡੇ ਅੰਦਰੋਂ ਮੇਰ ਤੇਰ ਦੀ ਭਾਵਨਾ ਨਹੀਂ ਨਾ ਨਿਕਲਦੀ, ਤੇ ਇਹ ਦਇਆ ਦੀ ਕਪਾਹ ਨਹੀਂ ਚ ਪੈਦਾ ਹੋ ਸਕਦੀ। ਦਇਆ ਦੀ ਕਪਾਹ ਤਾਂ ਪੈਦਾ ਹੋਊਗੀ ਜਦੋਂ ਅੰਦਰੋਂ ਕਠੋਰਤਾ ਨਿਕਲ ਜਾਊਗੀ। ਅੰਦਰੋਂ ਕਠੋਰਤਾ ਨਿਕਲ ਗਈ ਤੇ ਫਿਰ ਆਪੇ ਹੀ ਆਪਾਂ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ, ਤੇ ਜਦੋਂ ਆਪਾਂ ਈਰਖਾ ਨਹੀਂ ਕਰਨੀ ਤੇ ਫਿਰ ਆਪੇ ਹੀ ਸੇਵਾ ਹੋ ਗਈ ਨਾ। ਫਿਰ ਅਸੀਂ ਜਿਹਦੇ ਵੱਲ ਦੇਖਣਾ, ਅਸੀਂ ਉਹਦੇ ਗਲਤ ਕੰਮ ਬਾਰੇ ਕੋਈ ਨਿੰਦਾ ਨਹੀਂ ਕਰਨੀ, ਕਿਉਂ ਈਰਖਾ ਨਹੀਂ ਨਾ ਮਨ ਦੇ ਵਿੱਚ। ਈਰਖਾ ਕਰਕੇ ਬੰਦਾ ਗਲਤ ਕੰਮ ਕਰਦਾ ਹੈ। ਜਦੋਂ ਈਰਖਾ ਨਹੀਂ ਹੈਗੀ ਤੇ ਫਿਰ ਆਪਾਂ ਗਲਤ ਕੰਮ ਵੀ ਨਹੀਂ ਕਰਾਂਗੇ, ਕਿਸੇ ਵਾਸਤੇ ਮੰਦਾ ਵੀ ਨਹੀਂ ਸੋਚਾਂਗੇ। ਤੇ ਜਦੋਂ ਟੋਏ ਟਿੱਬੇ ਲੱਥ ਗਏ, ਮਨ ਮੈਦਾਨ ਬਣ ਗਿਆ, ਤੇ ਫਿਰ ਇਹ ਹੋਗੀ ਮਨ ਕਰਕੇ ਸੇਵਾ। ਦੂਜੀ ਸੇਵਾ ਬਚਨ ਦੀ ਸੇਵਾ। ਬਚਨ ਦੀ ਸੇਵਾ ਮਤਲਬ ਜ਼ੁਬਾਨ ਤੋਂ ਮਿੱਠਾ ਬੋਲਣਾ। ਪਹਿਲੀ ਸੇਵਾ ਮਨ ਨੂੰ ਮੈਦਾਨ ਕਰਨਾ, ਟੋਏ ਟਿੱਬੇ ਲਾਉਣੇ ਨੇ। ਦੂਜੀ ਸੇਵਾ ਹੈ ਬਚਨਾਂ ਦੀ ਸੇਵਾ, ਜੇਬਾ ਕਰਕੇ ਜ਼ੁਬਾਨ ਕਰਕੇ ਮਿੱਠਾ ਬੋਲਣਾ। ਜਦੋਂ ਮਿੱਠਾ ਬੋਲਣਾ ਆ ਗਿਆ, ਮਨ ਵੀ ਮੈਦਾਨ ਬਣ ਗਿਆ, ਫਿਰ ਤੀਜੀ ਸੇਵਾ ਤਨ ਕਰਕੇ ਜਾਨੀ ਕਰਮ ਕਰਕੇ। ਜਿਹੜੀ ਕਰਮ ਦੀ ਸੇਵਾ, ਜਦੋਂ ਕਰਮ ਕਰਕੇ ਸੇਵਾ ਕੀਤੀ ਤਾਂ ਫਿਰ ਮਹਾਰਾਜ ਆਖਦੇ ਨੇ ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਫਿਰ ਹੁਕਮ ਨੂੰ ਬੁੱਝਣਾ ਆ ਗਿਆ। ਜਦੋਂ ਹੁਕਮ ਨੂੰ ਬੁੱਝਣਾ ਆ ਗਿਆ ਤੇ ਫਿਰ ਜੋ ਮਹਾਰਾਜ ਨੇ ਪੂਰਨੇ ਪਾਏ ਨੇ, ਜੋ ਸੱਚੇ ਪਾਤਸ਼ਾਹ ਨੇ ਪੂਰਨੇ ਪਾਏ ਨੇ, ਉਹਨਾਂ ਪੂਰਨਿਆਂ ਦੇ ਉੱਤੇ ਆਪਾਂ ਆਪੇ ਚੱਲਣਾ ਸ਼ੁਰੂ ਕਰ ਦੇਣਾ। ਦੇਖੋ ਨਾ, ਆਪਣੇ ਆਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਉੱਚੇ ਨੀਵੇਂ ਦਾ ਭੇਦ ਕੱਢ ਕੇ ਸੇਵਾ ਜਿਹੜੀ ਸਾਨੂੰ ਸਿਖਾਈ ਆ। ਭਾਈ ਲਹਿਣਾ ਜੀ ਦੀ ਸੇਵਾ, ਬਾਬਾ ਅਮਰਦਾਸ ਜੀ ਦੀ ਸੇਵਾ, ਭਾਈ ਜੇਠਾ ਜੀ ਦੀ ਸੇਵਾ, ਇਹ ਆਪਣੇ ਆਪ ਦੇ ਵਿੱਚ ਇਹੋ ਜਿਹੀਆਂ ਸੇਵਾਵਾਂ ਵਾ ਜਿਨ੍ਹਾਂ ਦੀ ਕੋਈ ਮਿਸਾਲ ਅੱਜ ਤੱਕ ਦੁਨੀਆ ਤੇ ਨਹੀਂ ਜਾਂਦੀ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਪੰਚਮ ਪਾਤਸ਼ਾਹ, ਤਿੰਨਾਂ ਦੀ ਸੇਵਾ ਦੀ ਜੇ ਆਪਾਂ ਗੱਲ ਕਰੀਏ ਨਾ, ਤੇ ਜਿਸ ਵੇਲੇ ਦਰਬਾਰ ਸਾਹਿਬ ਦੀ ਉਸਾਰੀ ਚੱਲਦੀ ਪਈ ਸੀ ਨਾ, ਉਸ ਵੇਲੇ ਲਾਹੌਰ ਦੇ ਇਰਦ ਗਿਰਦ ਕਾਲ ਪੈ ਗਿਆ। ਜਦੋਂ ਲਾਹੌਰ ਦੇ ਇਰਦ ਗਿਰਦ ਕਾਲ ਪੈ ਗਿਆ ਤਾਂ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ, ਹੋਰ ਸਿਆਣੇ ਗੁਰਸਿੱਖ ਜਿੰਨੇ ਵੀ ਸੀ ਉਹਨਾਂ ਨੂੰ ਕੋਲ ਬੁਲਾਇਆ। ਕੋਲ ਬੁਲਾ ਕੇ ਆਖਣ ਲੱਗੇ ਵੀ ਭਾਈ ਲਾਹੌਰ ਦੇ ਇਰਦ ਗਿਰਦ ਕਾਲ ਪੈ ਗਿਆ, ਉਸਾਰੀ ਦਾ ਕੰਮ ਰੁਕਵਾ ਦਿਓ। ਇਹ ਜਿੰਨੀ ਰਸਦਾਈ ਆ ਨਾ, ਇਹ ਸਾਰੀ ਰਸਦ ਜਿਹੜੀ ਆ ਉਹ ਲਾਹੌਰ ਲੈ ਕੇ ਚੱਲੀਏ। ਤੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਹੋਰ ਗੁਰਸਿੱਖ ਦੋਵੇਂ ਹੱਥ ਜੋੜ ਕੇ ਆਖਣ ਲੱਗੇ, ਕਹਿਣ ਲੱਗੇ ਮਹਾਰਾਜ ਜੇ ਰਸਦ ਚਲੀ ਜਾਊਗੀ ਤੇ ਦਰਬਾਰ ਸਾਹਿਬ ਦੀ ਤੇ ਉਸਾਰੀ ਰੁਕ ਜਾਊਗੀ ਹਰਮੰਦਰ ਦੀ। ਸੱਚੇ ਪਾਤਸ਼ਾਹ ਆਖਣ ਲੱਗੇ ਪਹਿਲੋਂ ਜਿਹੜੇ ਅਸਲੀ ਹਰਮੰਦਰ ਆ ਨਾ, ਪਹਿਲੋਂ ਉਹਨਾਂ ਨੂੰ ਬਚਾਈਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਹ ਹਰਮੰਦਰ ਤਾਂ ਫੇਰ ਵੀ ਬਣ ਜਾਣਗੇ, ਇਹ ਹਰਮੰਦਰ ਤਾਂ ਫੇਰ ਅਸੀਂ ਬਣਾ ਲਾਂਗੇ, ਫੇਰ ਸੰਗਤ ਜਿਹੜੀ ਆ ਉਹ ਆ ਜਾਊਗੀ, ਫੇਰ ਬਣ ਜਾਊਗਾ। ਪਰ ਜਿਹੜੇ ਹਰਮੰਦਰ ਅੱਜ ਵੇਲੇ ਜਿੱਥੇ ਲੋੜ ਹੈ, ਜਿੰਨਾ ਹਰਮੰਦਰਾਂ ਦੇ ਵਿੱਚ ਉਹ ਹਰੀ ਵਸਦਾ ਹੈ ਨਾ, ਪਹਿਲੇ ਉਹ ਮੰਦਰ ਬਚਾ ਲਈਏ। ਤੇ ਸਾਰਾ ਸਮਾਨ ਲੈ ਕੇ ਸੱਚੇ ਪਾਤਸ਼ਾਹ ਲਾਗਿਓ ਛਾਗਿਓ ਜਿਹੜੇ ਵੈਦ ਸੀ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਵੈਦਾਂ ਨੂੰ ਸੁਨੇਹਾ ਭੇਜਿਆ ਵੀ ਆਓ ਭਾਈ ਲਾਹੌਰ ਚੱਲਣਾ ਹੈ। ਔਰ ਇਹੋ ਜਿਹੀ ਮਿਸਾਲ ਉਸ ਵੇਲੇ ਪੈਦਾ ਹੋਈ ਕਿ ਜਿਹੜੇ ਰੋਗੀ ਸੀ ਉਹਨਾਂ ਨੂੰ ਦਾਰੂ ਦਰਮਲ ਸੱਚੇ ਪਾਤਸ਼ਾਹ ਆਪਣੇ ਹੱਥੀਂ ਦਿੰਦੇ, ਲੰਗਰਾਂ ਦੇ ਵਿੱਚ ਸੇਵਾ ਕੀਤੀ, ਸਾਰਿਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਇਆ। ਔਰ ਇੱਥੋਂ ਤੱਕ ਜਿਹੜੇ ਪੁਰਾਣੀ ਚੜ੍ਹਾਈ ਕਰ ਗਏ ਸੀ, ਉਹਨਾਂ ਦੀਆਂ ਲਾਸ਼ਾਂ ਗਲ ਸੜ ਗਈਆਂ ਸੀ ਨਾ, ਕੋਈ ਹੱਥ ਨਹੀਂ ਸੀ ਲਾਉਂਦਾ, ਉਹਨਾਂ ਨੂੰ ਆਪਣੇ ਮੋਢਿਆਂ ਦੇ ਉੱਤੇ ਰੱਖ ਕੇ
ਉਹਨਾਂ ਲਾਸ਼ਾਂ ਦਾ ਦਾਹ ਸੰਸਕਾਰ ਸੱਚੇ ਪਾਤਸ਼ਾਹ ਨੇ ਆਪ ਕਰਕੇ ਉਹ ਸਰੀਰ ਲੇਖੇ ਲਾਏ। ਕਿਸੇ ਕੋਈ ਸਰੀਰ ਰੁਲਦਾ ਹੋਵੇ, ਸੰਸਾਰ ਛੱਡ ਕੇ ਚਲਾ ਗਿਆ, ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਉਹਦਾ ਦਾਹ ਸੰਸਕਾਰ ਆਪਣੇ ਹੱਥੀਂ ਕਰ ਦੇਣਾ, ਕਿਸੇ ਦਾ ਸਰੀਰ ਰੁਲੇ ਨਾ, ਉਹਨੂੰ ਲੇਖੇ ਲਾ ਦੇਣਾ, ਇਹ ਸੇਵਾ ਬਾ ਕਮਾਲ ਹੈ, ਕੋਈ ਕਰ ਨਹੀਂ ਸਕਦਾ। ਸੱਚੇ ਪਾਤਸ਼ਾਹ ਨੇ ਇਹਨੂੰ ਆਖਦੇ ਨੇ ਜਨ ਪਰ ਉਪਕਾਰੀ ਹੈ। ਤੇ ਜਿਹੜਾ ਗੁਰੂ ਅਰਜਨ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਆਪਣੇ ਕਾਲ, ਆਪਣੇ ਸਮੇਂ ਦੇ ਦੌਰਾਨ ਕੋੜੀਆਂ ਵਾਸਤੇ, ਜਿਨ੍ਹਾਂ ਨੂੰ ਸਮਾਜ 'ਚ ਕੋਈ ਮੂੰਹ ਨਹੀਂ ਸੀ ਲਾਉਂਦਾ, ਉਹਨਾਂ ਵਾਸਤੇ ਹਸਪਤਾਲ ਬਣਾਇਆ ਤਰਨਤਾਰਨ ਸਾਹਿਬ ਵਿਖੇ। ਅੱਜ ਵੀ ਕਦੀ ਤਰਨਤਾਰਨ ਜਾਓ ਤੇ ਜ਼ਰੂਰ ਉਸ ਹਸਪਤਾਲ ਉਹ ਦੇਖ ਕੇ ਆਉਣਾ, ਦਰਬਾਰ ਸਾਹਿਬ ਤੋਂ ਥੋੜੀ ਦੂਰੀ ਤੇ ਪੈਂਦਾ, ਬਾਹਰ ਵਾਲੇ ਪਾਸੇ। ਉਹ ਹਸਪਤਾਲ ਦੇਖ ਕੇ ਅੱਜ ਵੀ ਵਰਲਡ ਵਾਈਡ ਉਹ ਹਸਪਤਾਲ ਨੰਬਰ 1 ਹੈ। ਐਡੇ ਵਧੀਆ ਡਾਕਟਰ ਉੱਥੇ ਹੁੰਦੇ ਨੇ ਕੋੜੀਆਂ ਦਾ ਇਲਾਜ ਕਰਨ ਵਾਸਤੇ। ਉਹਨਾਂ ਦਿਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਉਸ ਹਸਪਤਾਲ ਦੀ ਉਸਾਰੀ ਕਰਵਾਈ। ਗੁਰੂ ਹਰ ਰਾਏ ਸਾਹਿਬ ਦਾ ਜਿਹੜਾ ਦਵਾਖਾਨਾ ਹੈ, ਉਹ ਦੇਖੋ ਉਹਨਾਂ ਨੇ ਕਿੱਡੇ ਕਿੱਡੇ ਵੱਡੇ ਵੈਦ ਰੱਖੇ। ਉਹ ਵੈਦ ਰੱਖ ਕੇ ਹਸਪਤਾਲ ਦੀ ਉਹ ਜਿਹੜੀ ਉੱਥੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਵਾਈ ਆ, ਜਿਹੜੀ ਬਾਹਰੋਂ ਨਹੀਂ ਸੀ ਮਿਲਦੀ ਨਾ, ਉਸ ਜਗ੍ਹਾ ਤੋਂ ਮਿਲਦੀ ਸੀ। ਪਰ ਉਪਕਾਰ ਦੀ ਭਾਵਨਾ ਸਿਖਾਈ। ਪਰ ਉਪਕਾਰ ਦਾ ਭਾਵ, ਜਦੋਂ ਸਾਡਾ ਕੋਈ ਆਪਣਾ ਮਤਲਬ ਨਾ ਹੋਵੇ, ਸਾਨੂੰ ਆਪਣਾ ਕੋਈ ਕੰਮ ਨਾ ਆਵੇ, ਉਹ ਕੰਮ ਕਰ ਦੇਣਾ, ਉਹਨੂੰ ਆਖਦੇ ਦੂਜੇ ਵਾਸਤੇ ਉਹ ਸੇਵਾ ਕਰਨੀ, ਉਹਨੂੰ ਪਰਉਪਕਾਰ ਆਖਦੇ। ਹੁਣ ਆਪਣੇ ਸਵਾਰਥ ਵਾਸਤੇ, ਆਪਣੇ ਕੰਮ ਵਾਸਤੇ ਤਾਂ ਅਸੀਂ ਬੜੇ ਚਲਾਕ ਹਾਂ। ਅਸੀਂ ਵੈਸੇ ਆਪਣੇ ਸਵਾਰਥ ਵਾਸਤੇ ਤਾਂ ਅਸੀਂ, ਭਾਵੇਂ ਸਾਨੂੰ ਕੋਈ ਦੂਜਾ ਬੰਦਾ ਨਹੀਂ ਨਾ ਚੰਗਾ ਲੱਗਦਾ, ਜਿਹਦੇ ਤਾਈਂ ਸਾਨੂੰ ਕੰਮ ਆ, ਅਸੀਂ ਉਹਨੂੰ ਬੜੇ ਤਰੀਕੇ ਨਾਲ ਖੁਸ਼ ਕਰ ਲੈਂਦੇ ਹਾਂ। ਪਰ ਜਿੱਥੇ ਆਪਣਾ ਸਵਾਰਥ ਨਾ ਹੋਵੇ, ਬਿਨਾਂ ਆਪਣੇ ਸਵਾਰਥ ਤੋਂ, ਬਿਨਾਂ ਆਪਣੇ ਕਿਸੇ ਕੰਮ ਤੋਂ ਦੂਜੇ ਦਾ ਕੰਮ ਕਰਨਾ, ਉਹ ਸੇਵਾ ਹੈ। ਉਹਨੂੰ ਆਖਦੇ ਪਰਉਪਕਾਰ ਦੀ ਭਾਵਨਾ, ਪਰਉਪਕਾਰ ਨਾਲ ਕੀਤੀ ਗਈ ਸੇਵਾ। ਮਾਤਾ ਖੀਵੀ ਜੀ, ਜਿਨ੍ਹਾਂ ਦਾ ਨਾਂ ਸਦਾ ਵਾਸਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ। ਜਿਸ ਵੇਲੇ ਆਪਾਂ ਪੜ੍ਹਦੇ ਆ ਨਾ, ਬਲਵੰਡ ਖੀਵੀ ਨੇਕ ਜਣ, ਜਿਸ ਬਹੁਤੀ ਸ਼ੌਕਤ ਰਾਲੀ, ਲੰਗਰ ਦੌਲਤ ਵੰਡੀਏ ਰਸੇ ਅੰਮ੍ਰਿਤ ਖੀਰ ਘਿਆਲੀ। ਸਿਰ ਝੁਕਦਾ ਮਾਤਾ ਖੀਵੀ ਜੀ ਦੀ ਲੰਗਰਾਂ ਦੀ ਸੇਵਾ ਦੇ ਅੱਗੇ। ਅੱਜ ਅਸੀਂ ਲੰਗਰ ਲਾਉਂਦੇ ਆ, ਮੈਂ ਲੰਗਰ ਲਾਉਣ ਦੇ ਖਿਲਾਫ ਨਹੀਂ। ਨਗਰ ਕੀਰਤਨ ਹੁੰਦਾ ਹੈ, ਅਸੀਂ ਲੰਗਰ ਲਾਉਂਦੇ, ਸਾਡੀ ਆਪਸ ਦੇ ਵਿੱਚ ਹੋੜ ਲੱਗ ਜਾਂਦੀ ਹੈ ਵੀ ਮੈਂ ਇਹਨੇ 버ਗਰ ਲਾਏ, ਮੈਂ ਪੀਜੇ ਲਾऊं, ਮੈਂ ਆਹ ਵਾਲਾ ਲੰਗਰ ਲਾऊं। ਵੀ ਗੁਰਸਿੱਖ ਦਾ ਕਾਰਜ ਤਾਂ ਸਦਾ ਚੱਲਦਾ ਰਹਿਣਾ ਚਾਹੀਦਾ ਹੈ, ਸਦਾ ਗੁਰਸਿੱਖ ਦਾ ਕਾਰਜ ਚੱਲਦਾ ਰਹੇ। ਇਹ ਲੰਗਰ ਸਿਰਫ ਇੱਕ ਦਿਨ ਹੀ ਕਿਉਂ ਲੱਗਣ? ਇੱਥੇ ਹਰ ਬੰਦਾ ਆਪਣਾ ਜਿਹੜਾ ਲੋੜਵੰਦ ਆ, ਆਪਣੇ ਤਨ ਦੀ ਭੁੱਖ ਮਿਟਾਵੇ। ਆਪਾਂ ਵਾਰੀਆਂ ਕਿਉਂ ਨਹੀਂ ਬੰਨ ਲੈਂਦੇ? ਆਪਾਂ ਇਹ ਗੱਲ ਕਿਉਂ ਨਹੀਂ ਕਰ ਲੈਂਦੇ ਵੀ ਅੱਜ ਭਾਈ, ਅੱਜ ਤੁਸੀਂ ਲੰਗਰ ਲਾਓ, ਕੱਲ ਦੂਸਰਾ ਲਾਏ, ਪਰਸੋਂ ਤੀਸਰਾ ਲਾਏ, ਆਪਾਂ ਵਾਰੀਆਂ ਬੰਨੀਏ। ਦਵਾਈ ਦਾਰੂ ਵਾਸਤੇ ਦਵਾਈ ਦਾਰੂ ਦੇ ਲੰਗਰ ਲੱਗਣ, ਜਿੱਥੋਂ ਹਰ ਬੰਦਾ ਲੋੜਵੰਦ ਆ ਕੇ ਆਪਣੀ ਦਵਾਈ ਲੈ ਸਕੇ। ਇਸ ਗੱਲ ਦੀ ਮਿਸਾਲ ਸਦੀਆਂ ਤੱਕ ਪੜ੍ਹਨੀ ਹੋਵੇ ਤੇ ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ। ਮੈਂ ਬਹੁਤ ਵਾਰੀ ਪੜ੍ਹਦੀ, ਜਦੋਂ ਮਨ ਇੱਧਰ ਉੱਧਰ ਉਛਲਣ ਲੱਗੇ ਨਾ, ਤੇ ਭਗਤ ਪੂਰਨ ਸਿੰਘ ਜੀ ਦਾ ਜੀਵਨ ਕਦੀ ਪੜ੍ਹ ਕੇ ਦੇਖੋ। ਕਿੰਨਾ ਹਾਲਾਤਾਂ 'ਚ ਉਹਨਾਂ ਨੇ ਸਦੀਆਂ ਤੱਕ ਸਾਡੀ ਰਹਿਨੁਮਾਈ ਕਰਦਾ ਰਹੂਗਾ ਉਹਨਾਂ ਦਾ ਜੀਵਨ। ਤੇ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਏਡ ਵਾਲੇ ਦੇਖ ਲਓ ਤੁਸੀਂ, ਜਿਨ੍ਹਾਂ ਨੇ ਦਿੱਲੀ ਦੇ ਰਹਿਣ ਵਾਲੇ ਹੋ ਤੁਸੀਂ ਸਾਰੇ। ਅਸੀਂ ਤਾਂ ਖਬਰਾਂ 'ਚ ਪੜ੍ਹਦੇ ਹਾਂ, ਅਸੀਂ ਤਾਂ ਆ ਕੇ ਦਰਸ਼ਨ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ। ਪਰ ਤੁਸੀਂ ਦੇਖੋ ਕਿ ਮੇਰੇ ਬਜ਼ੁਰਗ ਬਾਬੇ, ਮੇਰੀਆਂ ਬਜ਼ੁਰਗ ਮਾਵਾਂ ਥੱਕ ਨਾ ਜਾਣ, ਉਹਨਾਂ ਵਾਸਤੇ ਗਿਣਤੀ ਨਹੀਂ ਕਿੰਨੀਆਂ ਮਸਾਜਰ ਮਸ਼ੀਨਾਂ ਲਾ ਦਿੱਤੀਆਂ। ਕੋਈ ਪਤਾ ਨਹੀਂ ਇਸ ਗੱਲ ਦਾ ਨਤੀਜਾ ਕੀ ਨਿਕਲਣਾ ਕੀ ਨਹੀਂ, ਮੈਂ ਇਸ ਗੱਲ ਦੇ ਵਿੱਚ ਨਹੀਂ ਜਾਂਦੀ। ਮੈਂ ਇੱਕ ਸੇਵਾ ਦੀ ਉਦਾਹਰਨ ਦੇ ਰਹੀ ਹਾਂ, ਮੈਂ ਇੱਕ ਸੇਵਾ ਦੀ ਗੱਲ ਕਰ ਰਹੀ ਹਾਂ। ਕਿੰਨੀਆਂ ਸੰਸਥਾਵਾਂ ਉੱਥੇ ਇਸ ਵੇਲੇ ਪਹੁੰਚੀਆਂ ਹੋਈਆਂ ਨੇ, ਜਿਹੜੀਆਂ ਹਰ ਬੰਦਾ ਆਪਣੀ ਸੇਵਾ ਉੱਥੇ ਨਿਭਾ ਰਿਹਾ। ਕੋਈ ਕੱਪੜੇ ਧੋਈ ਜਾ ਰਿਹਾ ਮਸ਼ੀਨਾਂ ਦੇ ਵਿੱਚ, ਭਈ ਇਹਨਾਂ ਦੇ ਕੋਲੋਂ ਕੱਪੜੇ ਨਹੀਂ ਧੁੱਪਣੇ, ਅਸੀਂ ਇਹਨਾਂ ਦੇ ਕੱਪੜੇ ਧੋ ਦਈਏ। ਇਹ ਕਿੱਥੋਂ, ਇਹ ਚਿਣਗ ਕਿੱਥੋਂ ਲੱਗੀ ਆ? ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤੀ ਹੈ। ਇਹ ਸਾਡੇ ਧਰਮ ਦੇ ਵਿੱਚ ਕਿੱਥੋਂ ਆਈ ਇਹ ਗੱਲ? ਇਹ ਦੇਖੋ ਤੁਸੀਂ, ਕਿੰਨੀ ਅੱਜ ਜਿਹੜੀ ਉੱਥੇ ਕੋਈ ਦਵਾਈਆਂ ਦੀ ਸੇਵਾ ਕਰ ਰਿਹਾ, ਕੋਈ ਕਿਸ ਤਰ੍ਹਾਂ ਸੇਵਾ। ਕੱਲ ਮੈਂ ਕਿਸੇ ਦੀ ਇੰਟਰਵਿਊ ਸੁਣ ਰਹੀ ਸੀ, ਉਹ ਕਹਿੰਦੇ ਬੰਦਾ ਤੇ ਇੱਥੋਂ ਕੀ ਭੁੱਖਾ ਜਾਣਾ ਹੈ? ਕਹਿੰਦੇ ਜਾਨਵਰ ਵੀ ਨਹੀਂ ਭੁੱਖਾ ਜਾਂਦਾ। ਛੱਤ ਦੇ ਉੱਤੇ ਇੱਕ ਬਾਂਦਰ ਬੈਠਾ ਸੀ, ਇੱਕ ਸਿੱਖ ਨੇ 2 ਬੰਚ ਕੇਲਿਆਂ ਦੇ ਕਹਿੰਦੇ ਛੱਤ ਤੇ ਸੁੱਟ ਤੇ ਕਹਿੰਦੇ ਬਾਂਦਰ ਵੀ ਭੁੱਖਾ ਨਾ ਜਾਵੇ। ਇਹ ਸੇਵਾ ਦੀ ਮਿਸਾਲ ਨਹੀਂ? ਅਸੀਂ ਘਰ ਬਹਿ ਕੇ ਵੀਰ ਜੀ ਗੱਲਾਂ ਕਰਦੇ ਆ, ਆਪਾਂ ਘਰ ਬਹਿ ਕੇ ਇਹ ਗੱਲਾਂ ਜਿਹੜੀਆਂ ਸਾਰੀਆਂ ਕਰਦੇ ਨੇ, ਜਦੋਂ ਕਿ ਗੁਰਸਿੱਖ ਦਾ ਜਿਹੜਾ ਕਾਰਜ ਆ ਉਹ ਸਦਾ ਜਿਹੜਾ ਚੱਲਦਾ ਰਹਿੰਦਾ ਹੈ।
ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਘਰ ਸੁਧਾਰੀਏ। ਮੈਂ ਹਮੇਸ਼ਾ ਇਹ ਗੱਲ ਆਖਦੀ ਹੁੰਦੀ, ਸਭ ਤੋਂ ਪਹਿਲਾਂ ਤਾਂ ਆਪਣਾ ਆਪ ਸੁਧਾਰੀਏ, ਆਪਣੇ ਆਪ ਨੂੰ ਸੁਧਾਰਨਾ। ਜਿਹੜਾ ਇਹ ਵੀਰ ਜੀ ਨੇ ਇਹ ਸੈਸ਼ਨ ਸ਼ੁਰੂ ਕੀਤੇ ਨੇ ਨਾ, ਇਹ ਵਾਲੇ, ਇਹ ਗੁਰੂ ਨਾਨਕ ਦੀ ਫੁਲਵਾੜੀ ਕਹਿੰਦੇ ਨੇ। ਇਸ ਗੱਲ ਨੂੰ ਵਾਕਿਆ ਕਿਸੇ ਵੇਲੇ ਠੰਡੇ ਦਿਮਾਗ ਨਾਲ ਆਪਣੇ ਮਨ 'ਚ ਸੋਚ ਕੇ ਵੇਖਿਓ ਕਿ ਵਾਕਿਆ ਗੁਰੂ ਨਾਨਕ ਦੀ ਫੁਲਵਾੜੀ ਆ, ਜਿਹਦੇ ਵਿੱਚ ਅਸੀਂ ਵਿਚਾਰ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰਕੇ ਅਸੀਂ ਕੁਝ ਸਿੱਖ ਰਹੇ ਹਾਂ ਤੇ ਆਪਣਾ ਜੀਵਨ ਸੁਧਾਰ ਰਹੇ ਹਾਂ, ਆਪਣੀ ਸੇਵਾ ਆਪ ਕਰ ਰਹੇ ਹਾਂ, ਆਪਣਾ ਮਨ ਸੁਧਾਰ ਰਹੇ ਹਾਂ। ਇਹ ਵੀ ਇੱਕ ਮਨ ਦੀ ਸੇਵਾ, ਬਚਨ ਦੀ ਸੇਵਾ, ਫਿਰ ਉਸ ਤੋਂ ਬਾਅਦ ਤਨ ਰਾਹੀਂ ਸੇਵਾ ਕਰਨੀ। ਪਰ ਮਨ ਦੀ ਸੇਵਾ ਜਿਹੜੀ ਆ ਨਾ, ਉਹ ਕਰਨੀ ਬਹੁਤ ਜ਼ਰੂਰੀ ਆ। ਸਾਡੇ ਤੋਂ ਜਿਹੜੇ ਪਿੱਛੇ ਰਹਿ ਗਏ ਨੇ ਕੋਈ ਭੈਣ ਭਰਾ ਸਾਡੇ, ਉਹਨਾਂ ਨੂੰ ਆਪਣੇ ਬਰਾਬਰ ਲੈ ਕੇ ਆਉਣਾ। ਤੇ ਜਿਹੜੇ ਕੋਈ ਸਾਡੇ ਭੈਣ ਭਰਾ ਸਾਡੇ ਤੋਂ ਅੱਗੇ ਲੰਘ ਗਏ ਨੇ, ਤਰੱਕੀ ਕਰ ਗਏ ਨੇ, ਉਹਨਾਂ ਵੱਲ ਵੇਖ ਕੇ ਸੜੀਏ ਭੁੱਜੀਏ ਨਾ, ਜੈਲਸ ਨਾ ਕਰੀਏ, ਉਹਨਾਂ ਨੂੰ ਹੌਸਲਾ ਦੇਈਏ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਵੀ ਵਾਹ ਭਾਈ ਕਮਾਲ ਆ, ਤੁਸੀਂ ਐਡੀ ਅੱਗੇ ਲੰਘ ਗਏ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਤੁਹਾਡੇ ਨਾਲ ਰਲੀਏ, ਖੁਸ਼ ਹੋਈਏ। ਕਿਸੇ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਹੋਣਾ, ਇਹ ਵੀ ਇੱਕ ਸੇਵਾ ਜੀ। ਇਹ ਅਸੀਂ ਹੁੰਦੇ ਹੀ ਨਹੀਂ। ਜੇ ਕੋਈ ਬੰਦਾ ਸੰਸਾਰ ਤੋਂ ਚਲਾ ਗਿਆ ਹੈ ਨਾ, ਉਹਨੇ ਨਹੀਂ ਕੋਈ ਚੰਗਾ ਕੰਮ ਕੀਤਾ, ਉਹਦੀ ਔਗਣ ਹਮੇਸ਼ਾ ਸੰਸਾਰ ਦੇ ਵਿੱਚ ਨਾ ਚਿਤਾਰੀਏ। ਤੇ ਜੇ ਕਿਸੇ ਨੇ ਸਾਡੇ ਨਾਲ ਕੋਈ ਪਰਉਪਕਾਰ ਕੀਤਾ, ਕਿਸੇ ਵੇਲੇ ਕੋਈ ਗੁਣ ਕੀਤਾ, ਤੇ ਅੱਜ ਅਸੀਂ ਉਸ ਬੰਦੇ ਨਾਲ ਉਹ ਪਰਉਪਕਾਰ ਨਹੀਂ ਕਰ ਸਕਦੇ, ਗੁਣ ਨਹੀਂ ਕਰ ਸਕਦੇ, ਉਹਦੀ ਜਗ੍ਹਾ ਤੇ ਜੇ ਕਿਸੇ ਹੋਰ ਨੂੰ ਲੋੜ ਆ, ਤੇ ਉਹਦਾ ਕੀਤਾ ਪਰਉਪਕਾਰ ਯਾਦ ਕਰਕੇ ਵੀ ਮੇਰੇ ਤੇ ਵੀ ਕਿਸੇ ਵੇਲੇ ਕਿਸੇ ਨੇ ਪਰਉਪਕਾਰ ਕੀਤਾ ਸੀ, ਅੱਗੇ ਕਿਸੇ ਹੋਰ ਦੀ 2-3 ਦੀ ਸੇਵਾ ਕਰੀਏ। ਇਹ ਮੈਸੇਜ ਅੱਗੇ ਤੱਕ ਪਹੁੰਚਾਈਏ। ਜੇ ਅਸੀਂ ਕੰਮ ਕਰਦੇ ਆ, ਰੁਮਾਲੇ ਭੇਂਟ ਕਰਦੇ ਆ, ਤੇ ਰੁਮਾਲੇ ਭੇਂਟ ਕਰਨਾ ਬੜਾ ਮੁਬਾਰਕ ਆ, ਕਰੋ, ਜਿੰਨੇ ਕਰ ਸਕਦੇ ਆ ਕਰੋ। ਪਰ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਜ਼ਿਆਦਾ ਮਿਲੂਗੀ ਜੇ ਅਸੀਂ ਕਿਸੇ ਦਾ ਨੰਗੇਜ਼ ਟੱਕਦੇ। ਕਿਸੇ ਨੂੰ ਜ਼ਰੂਰਤ ਹੈ ਨਾ, ਉਹਦੇ ਤਨ ਵਾਸਤੇ ਕੁਝ ਸਵੈਟਰ ਦੇ ਦਈਏ, ਉਹਦੇ ਤਨ ਵਾਸਤੇ ਕੁਝ ਕਰ ਦਈਏ, ਉਹਦਾ ਨੰਗੇਜ਼ ਢੱਕ ਦਈਏ, ਤੇ ਬਾਬੇ ਨਾਨਕ ਦੀ ਖੁਸ਼ੀ ਜ਼ਿਆਦਾ ਮਿਲੂ। ਇਮਾਰਤਾਂ ਗੁਰਦੁਆਰਿਆਂ ਦੀਆਂ ਬਣਾਉਂਦੇ ਆ, ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣੀਆਂ ਬੜੀਆਂ ਮੁਬਾਰਕ ਨੇ, ਪਰ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਂਦਿਆਂ ਇਹ ਗੱਲ ਧਿਆਨ ਦੇ ਵਿੱਚ ਰੱਖੀਏ ਕਿ ਕਿਸੇ ਗੁਰਸਿੱਖ ਦੇ ਸਿਰ ਦੀ ਛੱਤ ਵੀ ਕਦੀ ਬਣਾਉਂਦੀ ਹੈ, ਕਦੀ ਇਹੋ ਜਿਹੀ ਜਿਹੜੀ ਸੇਵਾ ਵਾ ਉਹ ਵੀ ਕਰਦੀ ਹੈ। ਸੇਵਕ ਬਣੀ, ਸੇਵਾ ਦਾ ਨਿਯਮ ਆ ਸਮਰਪਿਤ ਹੋਣਾ। ਬਿਲਕੁਲ ਸਮਰਪਿਤ ਹੋ ਜਾਈਏ। ਜੇ ਅਸੀਂ ਸੇਵਾ ਕਰਨੀ ਆ ਤਾਂ ਸੇਵਾ ਦਾ ਨਿਯਮ ਇਹ ਆ ਕਿ ਸਮਰਪਿਤ ਹੋ ਜਾਈਏ। ਅਸੀਂ ਸਾਖੀਆਂ ਬਹੁਤ ਪੜ੍ਹਦੇ ਆ, ਭਾਈ ਲਹਿਣਾ ਜੀ ਨੇ ਇੰਜ ਕੀਤਾ, ਇਸ ਤਰ੍ਹਾਂ ਕੀਤਾ, ਪਰ ਕਿਉਂ ਕੀਤਾ? ਕਿਉਂਕਿ ਉਹ ਸਮਰਪਿਤ ਸਨ, ਉਹਨਾਂ ਨੇ ਆਪਣਾ ਆਪ ਸਮਰਪਣ ਕਰਤਾ ਸੀ। ਹੁਣ ਜੇ ਆਪਾਂ ਇਹ ਗੱਲ ਦੇਖਦੇ ਆ, ਅਰਦਾਸ ਕਰਦੇ ਆ ਨਾ, ਦੇਖੋ ਕੋਈ ਖੋਪਰ ਲਵਾ ਰਿਹਾ ਹੈ, ਅਸੀਂ ਤਾਂ ਅਰਦਾਸ 'ਚ ਵੀ ਉਦੋਂ ਖੜੇ ਹੁੰਦੇ ਆ, ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਦੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆ ਜਾਂਦਾ। ਕਈ ਵਾਰੀ ਸਾਡਾ ਦਿਮਾਗ ਇੱਧਰ ਉੱਧਰ ਉੱਡਦਾ, ਪਰ ਕਿੱਡੀ ਕਮਾਲ ਦੀ ਸੇਵਾ ਨਹੀਂ ਇਹ। ਕੋਈ ਖੋਪਰ ਲਵਾ ਰਿਹਾ ਹੈ, ਕੋਈ ਬੰਦ ਕਟਾ ਰਿਹਾ ਹੈ, ਕੋਈ ਆਪਣੇ 4 ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਮੂੰਹ 'ਚ ਪਵਾ ਰਿਹਾ ਹੈ। ਕਾਹਦੇ ਲਈ? ਪਰਉਪਕਾਰ ਵਾਸਤੇ। ਪਰਉਪਕਾਰ ਕਰਨਾ ਬੜੀ ਵੱਡੀ ਸੇਵਾ ਹੈ। ਕੋਈ ਪਿਓ ਪੁੱਤ ਚਰਖੜੀਆਂ ਦੇ ਚੜ ਰਹੇ ਆ, ਕੋਈ ਦੇਗਾਂ 'ਚ ਉਬਾਲੇ ਖਾ ਰਿਹਾ ਹੈ, ਪਰਉਪਕਾਰ ਵਾਸਤੇ। ਇਹ ਕੋਈ ਨਾਟਕ ਥੋੜੀ ਹੋ ਰਿਹਾ ਹੈ, ਇਹ ਨਾਟਕ ਥੋੜੀ ਹੈ ਕੋਈ, ਇਹ ਸੇਵਾ ਹੈ। ਅਸੀਂ ਕਿੱਥੇ ਖੜੇ ਆ? ਅਸੀਂ ਕਹਿੰਦੇ ਮੇਰੇ ਲਈ ਪਾਠ ਕਰੇ ਕੋਈ, ਮੇਰੇ ਲਈ ਕੀਰਤਨ ਸੁਣੇ ਕੋਈ, ਅਰਦਾਸ ਕਰੇ ਕੋਈ, ਫਲ ਮੈਨੂੰ ਮਿਲ ਜਾਏ। ਅਸੀਂ ਐਡੇ ਨਿੱਘਰ ਚੁੱਕੇ ਆ ਕਿ ਮੇਰੇ ਬੱਚਿਆਂ ਨੂੰ 10 ਪਾਤਸ਼ਾਹੀਆਂ ਦੇ ਨਾਂ, 5 ਪਿਆਰਿਆਂ ਦੇ ਨਾਂ, 4 ਸਾਹਿਬਜ਼ਾਦਿਆਂ ਦੇ ਨਾਮ ਕੋਈ ਦੂਜਾ ਆ ਕੇ ਸਿਖਾ ਦੇ, ਮੈਂ ਨਹੀਂ ਜੀ ਸਿਖਾ ਸਕਦਾ, ਮੇਰੇ ਕੋਲ ਟਾਈਮ ਹੈ ਨਹੀਂ। ਜੇ ਸੱਚੇ ਪਾਤਸ਼ਾਹ ਨੇ ਕੋਈ ਹਿੰਮਤ ਦਿੱਤੀ ਆ ਨਾ, ਦਿਮਾਗ ਤਾਂ ਦਿੱਤਾ ਨਾ ਆਪਾਂ ਸਾਰਿਆਂ ਨੂੰ, ਇਸ ਦਿਮਾਗ ਦੇ ਕੋਈ ਬੱਚਾ ਕੋਲ ਆ ਕੇ ਬੈਠਦਾ ਹੈ, ਆ ਕੇ ਕਹਿੰਦਾ ਆਂਟੀ ਸਤਿ ਸ੍ਰੀ ਅਕਾਲ, ਆਂਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਨੂੰ ਗਲੇ ਲਾ ਕੇ ਕੋਲ ਬਿਠਾਓ, ਉਹਨੂੰ ਆਖੋ ਪੁੱਤ ਬੋਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ, ਦੂਜੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ, ਉਹਨੂੰ 10 ਪਾਤਸ਼ਾਹੀਆਂ ਦੇ ਨਾਂ ਯਾਦ ਕਰਾਈਏ। ਇਹ ਕਿੱਡੀ ਵੱਡੀ ਸੇਵਾ ਹੈ। ਜੇ ਕੋਈ ਨੌਜਵਾਨ ਪੜ੍ਹ ਨਹੀਂ ਸਕਦਾ, ਉਹਦੇ ਮਾਂ-ਬਾਪ 'ਚ ਸਮਰੱਥਾ ਨਹੀਂ ਹੈ ਉਹਨੂੰ ਪੜ੍ਹਾਉਣ ਦੀ, ਤੇ ਉਹਨੂੰ ਪੜ੍ਹਾਈਏ। ਅੱਜ ਕਿੱਥੇ ਬਾਣੀ ਦਾ ਪਾਠ ਆਪ ਕਰੀਏ, ਤੇ ਉਸ ਪਾਠ ਦੇ ਉੱਤੇ ਚੱਲਦਿਆਂ ਆਇਆ ਜਦੋਂ ਮਨ ਦੇ ਉੱਤੇ ਸ਼ਬਦ ਦਾ ਹਥੌੜਾ ਵੱਜੂਗਾ ਨਾ, ਇਹ ਕਰੈਕਟਰ ਫਿਰ ਘੜਿਆ ਜਾਊਗਾ, ਫਿਰ ਸੇਵਕ ਬਣਾਂਗੇ। ਤੇ ਜਿੱਦਣ ਸੇਵਕ ਬਣ ਗਏ,
ਉਦੋਂ ਪਤਾ ਕੀ ਹੋਣਾ, ਫਿਰ ਪਤਾ ਲੱਗ ਜਾਣਾ ਵੀ ਗੁਰੂ ਦਾ ਉਪਦੇਸ਼ ਚਿੰਤਨ ਕੀਤਾ ਹੈ, ਗੁਰੂ ਦੇ ਉਪਦੇਸ਼ ਦੇ ਉੱਤੇ ਮੈਂ ਚੱਲਣਾ ਹੈ। ਤੇ ਜਿੱਦਣ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲੇ ਨਾ, ਉਦੋਂ ਪਤਾ ਲੱਗ ਜਾਣਾ ਸੱਚੇ ਪਾਤਸ਼ਾਹ ਜੀ ਜਿਹੜੀ ਮੇਰੀ ਪਕੜ ਆ ਨਾ, ਇਹ ਤਾਂ ਐਵੇਂ ਹੀ ਆ, ਕਿਉਂਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਸੱਚੇ ਪਾਤਸ਼ਾਹ ਤਨ ਵੀ ਤੁਹਾਡਾ, ਮਨ ਵੀ ਤੁਹਾਡਾ, ਧਨ ਵੀ ਤੁਹਾਡਾ, ਸਾਰਾ ਕੁਝ ਤੇ ਤੁਹਾਡਾ ਹੈ, ਮੇਰਾ ਕੀ ਹੈ? ਫਿਰ ਇਹ ਗੱਲ ਯਾਦ ਆ ਜਾਣੀ, ਮੇਰਾ ਮੁਝ में किछ नहीं, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪੇ ਕਿਆ ਲਾਗੇ ਮੇਰਾ। ਤੇ ਜਦੋਂ ਮੇਰਾ ਹੈ ਹੀ ਕੁਛ ਨਹੀਂ, ਤੇ ਫਿਰ ਪਕੜ ਕਾਹਦੀ ਹੋਈ? ਫਿਰ ਤ੍ਰਿਸ਼ਨਾ ਦੀ ਜਿਹੜੀ ਪਕੜ ਆ ਨਾ, ਇਹ ਆਪਣੇ ਆਪ ਜਿਹੜੀ ਪਕੜ ਆ ਇਹ ਖਤਮ ਹੋ ਜਾਣੀ ਹੈ। ਇਸ ਪਕੜ ਨੂੰ ਖਤਮ ਕਰੀਏ, ਬਾਣੀ ਆਪ ਪੜ੍ਹੀਏ। ਜਿਸ ਵੇਲੇ ਬਾਣੀ ਆਪ ਪੜਾਂਗੇ, ਆਪਣਾ ਧਰਮ ਜਿਹੜਾ ਹੈ ਨਾ ਉਹਨੂੰ ਫੈਲਾਈਏ, ਆਪਣੇ ਮਜ਼ਹਬ ਆਪਣੀ ਕੌਮ ਵਾਸਤੇ ਕੋਈ ਕੰਮ ਕਰੀਏ, ਇਹ ਸੇਵਾ ਕਰੀਏ, ਜਿਵੇਂ ਭਾਈ ਸਵਾਇਆ ਸਿੰਘ ਜੀ ਨੇ ਕੀਤੀ ਸੀ। ਭਾਈ ਸਵਾਇਆ ਸਿੰਘ ਜੀ, ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਆ ਨਾ ਆਪਾਂ, ਤਾਂ ਭਾਈ ਸਵਾਇਆ ਸਿੰਘ ਜੀ ਦਾ ਜੀਵਨ ਪੜ੍ਹਦੇ ਆ, ਇੱਕ ਬੜੀ ਬਾਕਮਾਲ ਗੱਲ ਸਾਹਮਣੇ ਆਉਂਦੀ ਆ। ਆਖਣ ਲੱਗੇ ਨਨਕਾਣਾ ਸਾਹਿਬ ਤੋਂ ਜਥਾ ਆਇਆ ਤੇ ਭਾਈ ਸਵਾਇਆ ਸਿੰਘ ਜੀ ਨਾਲ ਸੀ। ਜਦੋਂ ਉਹ ਜਥਾ ਆਇਆ ਤੇ ਜਥਾ ਆਉਂਦਿਆਂ ਆਉਂਦਿਆਂ ਉਹ ਜਥੇ ਦੇ ਵਿੱਚ ਕੀ ਸੀ, ਉਹ ਸਾਰੇ ਜਿਹੜੇ ਸਾਧੂ ਸੰਤ, ਆਪਣੇ ਆਪ ਨੂੰ ਸਾਧੂ ਸੰਤ ਅਖਵਾਉਣ ਵਾਲੇ, ਉਹ ਦਰਸ਼ਨ ਕਰਕੇ ਆ ਰਹੇ ਸੀ। ਉਹਨਾਂ ਦੇ ਕੋਲ ਸਮਾਨ ਸੀ, ਕੁਝ ਲਪੇਟਿਆ ਆ, ਕੁਝ ਲੋਕਾਂ ਨੇ ਦਾਨ ਦਸ਼ਨਾ ਦਿੱਤੀ, ਕੋਈ ਕੁਝ ਇਸ ਤਰ੍ਹਾਂ ਦਾ ਸੀ। ਤੇ ਜਦੋਂ ਇੱਕ ਜਗ੍ਹਾ ਤੇ ਹਨੇਰਾ ਪੈ ਗਿਆ ਤਾਂ ਉੱਥੇ ਤੰਬੂ ਲਾ ਲਏ, ਟੈਂਟ ਲਾ ਲਏ। ਟੈਂਟ ਲਾਉਣ ਤੋਂ ਬਾਅਦ ਕੀ ਹੋਇਆ ਵੀ ਆਖਣ ਲੱਗੇ ਵੀ ਇੱਥੇ ਹੀ ਆਰਾਮ ਕਰ ਲਓ। ਕਈ ਸਾਧੂ ਸੰਤ ਦਿਨ ਦੇ ਪਹਿਲੇ ਪਹਿਰ ਉੱਠ ਕੇ ਇਸ਼ਨਾਨ ਕਰਨ ਚਲੇ ਗਏ, ਕੋਈ ਕਿੱਥੇ ਚਲਾ ਗਿਆ। 4 ਚੋਰ ਆ ਗਏ, ਉਹ ਆ ਕੇ ਟਰੰਕਾਂ ਦੇ ਤਾਲੇ ਤੋੜਨ ਲੱਗ ਪਏ। ਭਾਈ ਸਵਾਇਆ ਸਿੰਘ ਜੀ ਆਖਣ ਲੱਗੇ ਵੀ ਭਾਈ ਐਡੀ ਮਿਹਨਤ ਨਾ ਕਰੋ, ਚਾਬੀਆਂ ਤਾਲੇ ਦੀਆਂ ਮੇਰੇ ਕੋਲ ਆ, ਤੁਸੀਂ ਇੰਜ ਕਰੋ ਤਾਲਾ ਖੋਲ ਲਓ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਉਸ ਚੀਜ਼ ਤੁਸੀਂ ਲੈ ਲਓ। ਉਹਨਾਂ ਨੇ ਟਰੰਕਾਂ ਦੇ ਚਾਬੀਆਂ ਦੇ ਲੈ ਲਈਆਂ। ਉਹ ਬੜੇ ਹੈਰਾਨ ਵੀ ਹੋਏ, ਪਰ ਉਹਨਾਂ ਨੇ ਚਾਬੀਆਂ ਲਈਆਂ, ਆਪਣਾ ਕੰਮ ਕੀਤਾ ਤੇ ਚਲੇ ਗਏ। ਇੰਨੀ ਦੇਰ ਨੂੰ ਆਏ ਸਾਰੇ ਜਿਨ੍ਹਾਂ ਦੇ ਸਮਾਨ ਸੀ, ਉਹ ਕਿ ਪੁੱਛਣ ਲੱਗੇ ਭਾਈ ਸਵਾਇਆ ਸਿੰਘ ਜੀ ਨੂੰ। ਭਾਈ ਸਵਾਇਆ ਸਿੰਘ ਜੀ ਆਖਣ ਲੱਗੇ ਵੀ ਇੰਜ ਇੰਜ ਘਟਨਾ ਹੋਈ, ਮੈਂ ਇੰਜ ਕਿਹਾ ਹੈ। ਜਦੋਂ ਇਸ ਤਰ੍ਹਾਂ ਦੀ ਗੱਲ ਹੋਈ, ਉਹ ਕਹਿੰਦੇ ਚਲੋ ਥਾਣੇ ਚੱਲਦੇ ਆ। ਜਿਸ ਵੇਲੇ ਗਏ ਦਰੋਗਾ ਦੇ ਕੋਲ, ਉਹਨਾਂ ਬੰਦੇ ਫੜ ਲਏ, ਨਾਮੀ ਗ੍ਰਾਮੀ ਚੋਰ ਸੀ। ਉਹ ਕਹਿਣ ਲੱਗੇ ਭਾਈ ਜੀ ਵੀ ਆਹੀ ਬੰਦੇ ਆ। ਭਾਈ ਸਵਾਇਆ ਸਿੰਘ ਜੀ ਆਖਣ ਲੱਗੇ ਮੈਂ ਨਹੀਂ ਜਾਣਦਾ, ਇਹ ਨਹੀਂ ਸੀ, ਉਹ ਕੋਈ ਲੋੜਵੰਦ ਸੀ, ਇਹ ਨਹੀਂ ਸੀ ਹੈਗੇ। ਉਹ ਕਹਿੰਦੇ ਤੁਹਾਡਾ ਸਮਾਨ ਮੰਨੇ ਆ, ਤੁਹਾਡਾ ਸਮਾਨ ਇਹਨਾਂ ਦੇ ਕੋਲ ਆ, ਤੁਸੀਂ ਕਹਿੰਦੇ ਇਹ ਨਹੀਂ। ਕਹਿੰਦੇ ਨਹੀਂ, ਇਹ ਨਹੀਂ ਸੀ। ਚਲੋ ਜੀ, ਉਹਨਾਂ ਨੂੰ ਛੱਡ ਦਿੱਤਾ। ਭਾਈ ਜੀ ਨੂੰ ਬੜਿਆਂ ਨੇ ਬੰਦਾ ਚੰਗਾ, ਸਾਡੇ ਵਰਗੇ ਬੰਦੇ ਹੁੰਦੇ ਨਾ, ਬੰਦਾ ਚੰਗਾ ਬੋਲਿਆ। ਭਾਈ ਜੀ ਆਖਣ ਲੱਗੇ ਵੀ ਤੁਸੀਂ ਕਾਹਦੇ ਸੇਵਾਦਾਰ ਹੋਏ, ਫਿਰ ਤੁਸੀਂ ਕਾਹਦੇ ਗੁਰੂ ਨਾਲ ਜੁੜੇ ਹੋਏ? ਤੁਸੀਂ ਵੀ ਤਾਂ ਦਾਨ ਦਸ਼ਨਾ ਦਾ ਸਮਾਨ ਹੀ ਲਿਆ ਰਹੇ ਸੀ, ਤੁਸੀਂ ਵੀ ਆਪਣੇ ਵਰਤਨ ਵਾਸਤੇ ਦੁਨੀਆ ਨੇ ਤੁਹਾਨੂੰ ਦਾਨ ਦਸ਼ਨਾ ਦਿੱਤੀ, ਤੇ ਉਹ ਆਪਣੀ ਲੋੜ ਦਾ ਉਹ ਕੱਢ ਕੇ ਲੈ ਗਏ। ਇਹ ਕੋਈ ਸੇਵ, ਤੁਸੀਂ ਸਮਝੋ ਤੁਸੀਂ ਉਹਨਾਂ ਦੀ ਸੇਵਾ ਕਰ ਦਿੱਤੀ। ਚਲੋ ਜੀ, ਚਲੇ ਗਏ। ਉਹ 4 ਬੰਦੇ ਥੋੜੇ ਟਾਈਮ ਬਾਅਦ ਲੱਭਦੇ ਲੁਕਾਉਂਦੇ ਭਾਈ ਸਵਾਇਆ ਸਿੰਘ ਜੀ ਦੇ ਕੋਲ ਪਹੁੰਚੇ ਅੰਮ੍ਰਿਤਸਰ। ਜਿਸ ਵੇਲੇ ਪਹੁੰਚੇ ਆ ਕੇ ਪੈਰ ਫੜ ਲਏ, ਕਹਿਣ ਲੱਗੇ ਭਾਈ ਸਾਹਿਬ ਜੀ, ਤੁਹਾਡੇ ਵਰਗਾ ਗੁਰੂ ਦਾ ਸਿੱਖ ਨਹੀਂ ਜੇ ਵੇਖਿਆ। ਅੱਜ ਤੋਂ ਚੋਰੀ ਛੱਡੀ, ਜਿੱਦਣ ਤੋਂ ਇਹ ਕੰਮ ਹੋਇਆ ਨਾ, ਅਸੀਂ ਉਦੋਂ ਤੋਂ ਜੀ ਨਹੀਂ ਸਕੇ ਚੰਗੀ ਤਰ੍ਹਾਂ ਵੀ ਇਹ ਕਿਹੜੇ ਗੁਰੂ ਦਾ ਸਿੱਖ ਆ। ਅਸੀਂ ਅੱਜ ਤੋਂ ਚੋਰੀ ਛੱਡੀ, ਤੇ ਸਾਨੂੰ ਉਸ ਗੁਰੂ ਦੇ ਲੜ ਲਾ ਦਿਓ ਜਿਸ ਗੁਰੂ ਦੇ ਲੜ ਤੁਸੀਂ ਲੱਗੇ। ਦੇਖੋ ਨਾ, ਕਮਾਲ ਦੀ ਗੱਲ, ਜੀਵਨ ਸੁਧਰ ਗਿਆ ਉਹਨਾਂ 4 ਬੰਦਿਆਂ ਦਾ। ਕੱਲਾ ਉਹਨਾਂ 4 ਬੰਦਿਆਂ ਦਾ ਜੀਵਨ ਨਹੀਂ ਸੁਧਰਿਆ, ਉਹਨਾਂ ਦੇ ਪਰਿਵਾਰ ਵਾਲਿਆਂ ਦਾ ਵੀ ਜੀਵਨ ਸੁਧਰ ਗਿਆ, ਜਿਹੜੇ ਹਰ ਵੇਲੇ ਉਹਨਾਂ ਦੀਆਂ ਇਹਨਾਂ ਹਰਕਤਾਂ ਤੋਂ ਦੁਖੀ ਸੀ ਵੀ ਇਹ ਚੋਰੀਆਂ ਕਰਦੇ ਨੇ, ਇਹ ਕਈ ਕੁਝ ਕਰਦੇ ਨੇ। ਜੇ ਜੀਵਨ ਬਣਾਉਣਾ ਹੈ, ਜੇ ਸੇਵਾ ਕਰਨੀ ਆ, ਤਾਂ ਸੇਵਾ ਦਾ ਦਾਇਰਾ ਤਾਂ ਅਸੀਂ ਕਦੀ ਵੀ ਨਹੀਂ, ਅਸੀਂ ਸਾਰੀ ਜ਼ਿੰਦਗੀ ਲੱਗੇ ਰਹੀਏ ਤੇ ਅਸੀਂ ਇਹ ਦੱਸ ਨਹੀਂ ਸਕਦੇ ਆਪਾਂ ਵੀ ਸੇਵਾ ਕੀ ਹੈ। ਪਰ ਸੇਵਾ ਕਰਨੀ ਸਿੱਖੀਏ, ਕਿਸੇ ਦੇ ਕੰਮ ਆਉਣਾ ਸਿੱਖੀਏ, ਕਿਸੇ ਭੁੱਲੇ ਭਟਕੇ ਨੂੰ ਰਸਤੇ ਪਾਉਣਾ, ਸਿੱਧੇ ਰਸਤੇ ਪਾਉਣਾ ਸਿੱਖੀਏ। ਜੇ ਸਾਨੂੰ ਕਿਸੇ ਸਿੱਧੇ ਰਸਤੇ ਦਾ ਪਤਾ ਹੈ, ਕਿਸੇ ਨੂੰ ਕਦੀ ਪੁੱਠੀ ਮੱਤ ਨਾ ਦੇਈਏ। ਤੇ ਇੱਕ ਗੱਲ ਬਹੁਤ ਜ਼ਰੂਰੀ, ਮੇਰੇ ਫਾਦਰ ਸਾਹਿਬ ਹਮੇਸ਼ਾ ਮੈਨੂੰ ਆਖਿਆ ਕਰਦੇ ਸੀ, ਉਹ ਗੱਲ ਬੜੀ ਨੋਟ ਕਰਨ ਵਾਲੀ ਆ। ਉਹ ਕਹਿੰਦੇ ਹੁੰਦੇ ਸੀ ਵੀ ਜਦੋਂ ਕਦੀ ਮਨ ਜ਼ਿਆਦਾ ਉਛਲੇ ਨਾ, ਸੇਵਾ ਕਰਦੇ ਆ, ਮਨ ਜ਼ਿਆਦਾ ਨੱਚੇ ਕਦੀ ਵੀ ਮੈਂ ਬੜਾ ਸੇਵਾ ਕਰਦੀ, ਵੀ ਮੇਰੇ ਵਰਗੀ ਸੇਵਾ ਕੋਈ ਨਹੀਂ ਕਰ ਸਕਦਾ, ਤੇ ਉਹਨਾਂ ਨੇ ਆਖਣਾ, ਕਹਿਣਾ, ਇਹ ਗੱਲ ਹਮੇਸ਼ਾ ਦਿਮਾਗ 'ਚ 5-7 ਵਾਰੀ ਘੁਮਾਉਣੀ ਆ ਵੀ ਇਹ ਗੁਰੂ ਨਾਨਕ ਦਾ ਥੜਾ, ਇੱਥੇ ਇੱਕ ਗਿਆ ਦੂਜਾ ਖੜਾ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ ਆ
ਜੇ ਅਸੀਂ ਥੋੜੀ ਬਹੁਤੀ ਕੋਈ ਸੇਵਾ ਕਰ ਸਕਦੇ ਆ ਨਾ ਤੇ ਇਹ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਆ। ਨਹੀਂ ਤੇ ਉਹਨਾਂ ਕਹਿਣਾ ਇਹ ਤੇ ਉਹਦਾ ਥੜਾ, ਇੱਥੇ ਇੱਕ ਗਿਆ ਦੂਜਾ ਖੜਾ ਤੇ ਇੱਥੇ ਲੱਖਾਂ ਖੜੇ ਸੇਵਾ ਕਰਨ ਵਾਲੇ, ਇੱਥੇ ਅਸੀਂ ਕੌਣ ਆ? ਤੇ ਵਾਕਿਆ ਬੜੀ ਕਮਾਲ ਦੀ ਗੱਲ ਆ। ਕਿਸੇ ਵੇਲੇ ਮਨ ਦੇ ਵਿੱਚ ਗੱਲ ਆ ਜਾਏ ਨਾ ਤੇ ਉਹ ਮਨ ਦੇ ਵਿੱਚ ਮੈਂ ਬਾਰ-ਬਾਰ ਉਹ ਗੱਲ ਯਾਦ ਕਰ ਲੈਂਦੀ ਆ, ਮਨ ਆਪੇ ਟਿਕਾਣੇ ਤੇ ਆ ਜਾਂਦਾ ਹੈ। ਔਰ ਇਹ ਗੱਲ ਮਨ ਕਰਕੇ ਮੈਂ ਯਾਦ ਕਰਦੀ ਆ ਤੇ ਮੈਂ ਕਈ ਵਾਰੀ ਕਹਿੰਦੀ ਆ ਵੀ ਡੈਡੀ ਤੁਸੀਂ ਤਾਂ ਚਲੇ ਗਏ ਪਰ ਮੈਨੂੰ ਇਹ ਗੱਲ ਬੜੀ ਵਧੀਆ ਤੁਸੀਂ ਸਿਖਾਈ। ਸੱਚੀ ਗੱਲ ਆ, ਇਹ ਬਾਬੇ ਨਾਨਕ ਦਾ ਥੜਾ ਹੈ, ਇੱਥੇ ਲੱਖਾਂ ਖੜੇ ਆ ਸੇਵਾ ਕਰਨ ਵਾਲੇ। ਅਸੀਂ ਕੀ ਆ? ਅਸੀਂ ਕੁਛ ਨਹੀਂ। ਇਸ ਕਰਕੇ ਸੇਵਾ ਜਿਹੜੀ ਵੀ ਕੋਈ ਮਿਲਦੀ ਆ, ਕਿਸੇ ਤਰ੍ਹਾਂ ਦੀ ਕੋਈ ਸੇਵਾ ਮਿਲਦੀ ਆ, ਹਰ ਕੰਮ ਨੂੰ ਸੇਵਾ ਸਮਝ ਕੇ ਕਰੋ। ਜੇ ਘਰ ਦੇ ਵਿੱਚ ਕੋਈ 4 ਜਾਣੇ ਆ ਗਏ ਆ ਨਾ ਤਾਂ ਇਹ ਸਮਝ ਕੇ ਉਹਨਾਂ ਲਈ ਸੇਵਾ ਕਰੋ, ਇਹ ਸਮਝ ਕੇ ਉਹਨਾਂ ਨੂੰ ਵੈਲਕਮ ਕਰੋ ਵੀ ਇਹ ਬਾਬੇ ਨਾਨਕ ਦੇ ਜੀ ਆਏ ਨੇ, ਇਹ ਉਹਨਾਂ ਨੇ ਭੇਜੇ ਨੇ, ਨਹੀਂ ਤੇ ਕੌਣ ਕਿਤੇ ਆਉਂਦਾ ਹੈ। ਇਹਨਾਂ ਗੱਲਾਂ ਨੂੰ ਮਨ ਦੇ ਵਿੱਚ ਹੌਲੀ ਹੌਲੀ ਵਸਾਈਏ ਤੇ ਬਾਕੀ ਸੇਵਾ ਦਾ ਕਨਸੈਪਟ ਚੰਗੇ ਜੇ ਖੋਲ ਸਕਦੇ ਆ ਤੇ ਹਿੱਸਾ ਪਾ ਕੇ ਚੰਗੇ ਸਕੂਲ, ਚੰਗੇ ਕਾਲਜ ਖੋਲੀਏ, ਚੰਗੇ ਹਸਪਤਾਲ ਬਣਾਈਏ, ਜਿੰਨਾ ਵੀ ਕਰ ਸਕਦੇ ਆ, ਜਿਸ ਖੇਤਰ 'ਚ ਵੀ ਆਪਣਾ ਯੋਗਦਾਨ ਪਾ ਸਕਦੇ ਆ ਉੱਥੇ ਆਪਣਾ ਯੋਗਦਾਨ ਪਾਈਏ ਤੇ ਆਪਣੇ ਮਨ ਨੂੰ ਫਿਰ ਪਤਾ ਲੱਗੂਗਾ ਕਿ ਸਤਿਗੁਰ ਕੀ ਸੇਵਾ ਸਫਲ ਹੈ। ਇਹ ਪਤਾ ਨਹੀਂ ਅਸੀਂ ਅਸਲ 'ਚ ਸੇਵਾ ਕਰ ਸਕਦੇ ਕਿ ਨਹੀਂ, ਇਹ ਨਹੀਂ ਕੋਈ ਪਤਾ, ਪਰ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰੀਏ ਵੀ ਸੇਵਾ ਭਾਵਨਾ ਮਨ ਦੇ ਵਿੱਚ ਰੱਖਣੀ, ਪਰਉਪਕਾਰ ਮਨ ਦੇ ਵਿੱਚ ਰੱਖਣਾ, ਜਿੱਥੇ ਸਾਨੂੰ ਕੋਈ ਸਵਾਰਥ ਨਹੀਂ, ਕੋਈ ਆ ਕੇ ਕਹਿ ਦੇ ਭਾਈ ਮੇਰਾ ਇਹ ਕੰਮ ਕਰ ਦੋ, ਜੇ ਕਰ ਸਕਦੇ ਆ ਤਾਂ ਜ਼ਰੂਰ ਕਰੀਏ। ਇਹ ਜਿਹੜੀ ਚੀਜ਼ ਆ ਇਹੋ ਇੱਕ ਸੇਵਾ ਖਵਾਉਂਦੀ ਹੈ। ਕੋਸ਼ਿਸ਼ ਕਰੀਏ ਜਿੰਨਾ ਕੁ ਵੀ ਮੈਂ ਬੋਲੀ ਆ, ਮੈਨੂੰ ਨਹੀਂ ਪਤਾ ਕਿਉਂਕਿ ਅਸੀਂ ਵੀ ਇਹਦੇ ਤੇ ਪੂਰਾ ਕੋਈ ਪਤਾ ਨਹੀਂ ਚੱਲਦਾ, ਮੈਂ ਨਹੀਂ ਚੱਲਦੀ, ਪਰ ਜੋ ਮੈਨੂੰ ਗੁਰਬਾਣੀ ਚੋਂ ਸਮਝ ਲੱਗੀ, ਬਹੁਤ ਤੁਕਾਂ ਨੇ ਸੇਵਾ ਵਾਲੀਆਂ, ਪਰ ਜਿੰਨੀਆਂ ਕੁ ਮੈਨੂੰ ਸਮਝ ਲੱਗੀਆਂ ਉਨੀਆਂ ਕੁ ਆਪਾਂ ਕੋਸ਼ਿਸ਼ ਕੀਤੀ ਆ। ਹੋਰ ਮੇਰਾ ਕੋਈ ਵੀਰ, ਮੇਰੀ ਕੋਈ ਭੈਣ ਇਹਦੇ ਵਿੱਚ ਹੋਰ ਜੋ ਵੀ ਆਪਣੇ ਹਿਸਾਬ ਨਾਲ ਕੋਈ ਗੱਲ ਦੱਸਣਾ ਚਾਹੁੰਦੇ ਨੇ ਤਾਂ ਕਿ ਮੇਰੇ ਗਿਆਨ 'ਚ ਵੀ ਵਾਧਾ ਹੋਵੇ ਤੇ ਆਪਾਂ ਵੀ ਗੁਰੂ ਦੀ ਸੇਵਾ ਦੇ ਵਾਲੇ ਪਾਸੇ ਮੈਂ ਵੀ ਲੱਗ ਸਕਾਂ, ਮੇਰਾ ਵੀ ਜਿਹੜਾ ਮੈਂ ਦੂਜਿਆਂ ਨੂੰ ਉਪਦੇਸ਼ ਦਿੱਤਾ ਮੈਂ ਵੀ ਇਸ ਤਰ੍ਹਾਂ ਕਰ ਸਕਾਂ ਤੇ ਇਸ ਤਰ੍ਹਾਂ ਆਪਾਂ ਸੇਵਾ ਕਰਦਿਆਂ ਬਸ ਜੀਵਨ ਹੀ ਸੇਵਾ ਬਣ ਜਾਵੇ। ਕਿਤੇ ਇਹੋ ਜਿਹੀ ਗੱਲ ਹੋ ਜਾਏ ਤੇ ਕਮਾਲ ਨਾ ਹੋ ਜਾਵੇ, ਕਿਤੇ ਅਸੀਂ ਸੇਵਾ ਹੀ ਬਣ ਜਾਈਏ, ਸਾਡਾ ਜੀਵਨ ਹੀ ਸੇਵਾ ਬਣ ਜਾਵੇ, ਕਿਤੇ ਇੰਝ ਹੋ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ, ਬਹੁਤ ਗਲਤੀਆਂ ਆਈਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਹਾਂਜੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।